वाहिगुरु जी का खालसा वाहिगुरु जी की फतेह। गुरु प्यार वाले हो, आप जी जुड़ चुके हो इस शाम की गुरबाणी संथिया की क्लास नाल, जिस विच आपां श्री जपजी साहिब की बाणी की संथिया ते विचार करते हैं, जो हर रोज शाम की क्लास हुंदी है। शाम 6:30 इहदे विच आप जी हुण तक जपजी साहिब दीयां 34 पौड़ियां की जो है व्याख्या और संथिया जो है वो कर चुके हो। इस तो अगे अज आपां ये 35वीं पौड़ी जिहड़ी है वो आरंभ करनी है, जो जपजी साहिब के पंज खंडां दे विचों ये दूसरा खंड है, ज्ञान खंड। इस ज्ञान खंड की आरंभता जिहड़ी है वो अज सतगुरु इस पौड़ी च बख्शिश करनगे। सो संगत जुड़ जावे, आपां 1 मिनट के अंदर ही जो है ये व्याख्या की आरंभता करते हैं जी। सतनाम वाहेगुरु, सतनाम वाहेगुरु, सतनाम सतनाम वाहेगुरु, 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 सतनाम वाहेगुरु। वाहिगुरु जी का खालसा, वाहिगुरु जी की फतेह। संगत जी, आपां कल जपजी साहिब का जो पहला खंड है धर्म खंड, ਉਹਦੇ बारे आपां विचार कर चुके हैं ते अज असीं इस ज्ञान खंड की आरंभता करनी है। पर सतगुरां ने एक खंडां दी पौड़ियां अलग भावें रखियां हन। धर्म खंड की वखरी पौड़ी है, ये ज्ञान खंड वाली पौड़ी है, पर पहली पंक्ति तो इंज प्रतीत हुंदा जिवें यह पौड़ी जिहड़ी धर्म खंड की होवे। पहली पंक्ति जिवें लिखी है ना, धर्म खंड का एहो धर्म, ते वो धर्म खंड पढ़ के इंज लगदा जिवें यह धर्म खंड की पौड़ी होवे। असल च नहीं, धर्म खंड की जिहड़ी पौड़ी है वो आपां कल विचार लई है। इत्थों ज्ञान खंड की पौड़ी जिहड़ी वो आरंभ हुंदी है। पर सतगुरां ने इन्हां खंडां दे विच फर्क नहीं रखिया, इन्हां नूं आपस च मिला के रखिया है। भाव पौड़ियां जिहड़ियां वो अलग आ, पर विच ही सतगुरु धर्म खंड दे विच भी कल सचखंड की गल होई सी। इसे तरह धर्म खंड जिहड़ा है वो भी ज्ञान खंड दे विच अज इहदी गल हो रही है। फिर कल नूं फिर उस तो बाद जिहड़ा अगला खंड है उहदे विच इस सरम खंड दे विच ज्ञान खंड की गल भी होवेगी। सो इस करके आपां इस जो बाणी की विचार आ, जो संथिया वो आरंभ कर लगे हैं। संगत जुड़ चुकी है। सो सतगुरु सच्चे पातशाह जी ने बख्शिश की है साध संगत। सतगुरु पहली इस पंक्ति के अंदर कहते हैं धर्म खंड का एहो धर्म। केड़ा धर्म? जिहड़ा पिछे दस आए हैं, जिहड़ा पिछे करताब हुंदा की उत्थे वापरदा है, की घटनाक्रम हन,
ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਧਰਮ ਖੰਡ ਦਾ ਇਹੋ ਧਰਮ, ਉਹ ਜਿਹੜਾ ਮੈਂ ਪਿਛਲੀ ਪੌੜੀ ਦੇ ਵਿੱਚ ਆਪਾਂ ਕੱਲ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਸੀ, ਜੋ ਪਿਛਲੀ ਪੌੜੀ 'ਚ ਵਿਚਾਰਿਆ, ਸਤਿਗੁਰਾਂ ਨੇ ਕਿਹਾ ਕਿ ਉਹ ਮੈਂ ਧਰਮ ਖੰਡ ਦਾ ਧਰਮ ਕਿਹਾ ਕਿ ਕੀ ਉਹ ਕਰਤੱਵ ਹੈ, ਕੀ ਉੱਥੇ ਵਰਤਦਾ ਹੈ। ਉਹਦੇ ਬਾਰੇ ਵੀ ਆਪਾਂ ਥੋੜ੍ਹੀ ਜਿਹੀ ਵਿਚਾਰ ਕਰ ਲਈਏ ਕਿ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ ਕਿ ਤੈਨੂੰ ਇਹ ਸਰੀਰ ਮਿਲਿਆ ਹੈ ਭਾਈ, ਇਹ ਸਰੀਰ ਜਿਹੜਾ ਹੈ ਇਹ ਧਰਮ ਕਮਾਉਣ ਦੇ ਲਈ ਤੈਨੂੰ ਮਿਲਿਆ ਹੈ, ਧਰਮਸ਼ਾਲਾ ਹੈ, ਇਹ ਜਿਹੜੀ ਧਰਤੀ ਹੈ ਧਰਮਸਾਲ ਦੀ ਤਰ੍ਹਾਂ ਤੈਨੂੰ ਦਿੱਤੀ ਹੈ, ਪੌਣ ਦਿੱਤੀ ਹੈ, ਪਾਣੀ ਦਿੱਤਾ, ਅਗਨੀ ਦਿੱਤੀ ਹੈ, ਤੇ ਰਾਤਾਂ ਰੁੱਤਾਂ ਥਿੱਤਾਂ ਵਾਰ ਤੈਨੂੰ ਦਿੱਤੇ ਹਨ ਵਰਤਣ ਵਾਸਤੇ। ਇਹਨਾਂ ਦੇ ਵਿੱਚ ਤੂੰ ਸੁੱਖ ਲੈ ਰਿਹਾ ਹੈ, ਤੇ ਇਹਦਾ ਮਤਲਬ ਇਹ ਨਹੀਂ ਕਿ ਤੂੰ ਇੱਥੇ ਆ ਕੇ ਤੇ ਵਿਕਾਰ ਕਮਾ ਕੇ ਚਲਾ ਜਾਵੇਂ। ਤੇਰਾ ਫਰਜ਼ ਬਣਦਾ ਹੈ ਕਿ ਤੂੰ ਇਸ ਧਰਤੀ ਤੇ ਆਇਆ ਹੈ ਤੇ ਆ ਕੇ ਤੇ ਧਰਮ ਕਮਾ, ਧਰਮ ਕਮਾ ਕੇ ਇਸ ਸੰਸਾਰ ਤੋਂ ਜਾ। ਤੇ ਪਰ ਜੇ ਤੂੰ ਧਰਮ ਨਾ ਕਮਾਏ ਫਿਰ ਤੇਰੇ ਕਰਮਾਂ ਦੀ ਵਿਚਾਰ ਹੋਵੇਗੀ, ਤੇ ਜਦੋਂ ਕਰਮਾਂ ਦੀ ਵਿਚਾਰ ਹੋਏਗੀ ਫਿਰ ਕੱਚੇ ਤੇ ਪੱਕੇ ਦੀ ਜਿਹੜੀ ਗੱਲ ਤੂੰ ਕਹਿਣਾ ਨਾ ਮੈਂ ਬੜਾ ਸੱਚਾ ਹੈ ਤੇ ਦੂਸਰਾ ਬੜਾ ਝੂਠਾ ਹੈ, ਤੇ ਸਤਿਗੁਰਾਂ ਬਖਸ਼ਿਸ਼ ਕੀਤੀ ਕਿ ਭਾਈ ਫਿਰ ਉਸ ਕਰਮ ਦੀ ਵਿਚਾਰ ਜਿਹੜੀ ਉਹ ਹੋਣੀ ਹੀ ਹੋਣੀ ਹੈ। ਉੱਥੇ ਜਾ ਕੇ ਕੱਚੇ ਤੇ ਪੱਕੇ ਦਾ ਪਤਾ ਲੱਗਦਾ, ਕੱਚ ਪੱਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ। ਉਸ ਜਗ੍ਹਾ ਦੇ ਉੱਤੇ ਪਹੁੰਚ ਕੇ ਹੀ ਕੱਚੇ ਤੇ ਪੱਕੇ ਦਾ, ਸੱਚੇ ਤੇ ਝੂਠੇ ਦਾ ਜਿਹੜਾ ਵਿਚਾਰ ਹੈ ਉੱਥੇ ਹੁੰਦੀ ਆ। ਤੂੰ ਸੰਸਾਰ ਦੇ ਉੱਤੇ ਜਿੰਨਾ ਮਰਜ਼ੀ ਰੌਲਾ ਪਾਈ ਜਾ ਮੈਂ ਬੜਾ ਸੱਚਾ ਆ, ਪਰ ਜਿਹੜੀ ਕਰਮ ਦੀ ਵਿਚਾਰ ਹੈ ਉਹ ਸਾਰਿਆਂ ਦੀ ਹੋਣੀ ਹੈ ਤੇ ਤੇਰੀ ਵੀ ਹੋਣੀ ਹੈ, ਇਸ ਗੱਲ ਨੂੰ ਭੁੱਲੀ ਨਾ। ਤੇ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ ਕਿ ਧਰਮ ਖੰਡ ਕਾ ਇਹੋ ਧਰਮ, ਕਿ ਧਰਮ ਖੰਡ ਦਾ ਜਿਹੜਾ ਅਸੀਂ ਪਿੱਛੇ ਵਾਚ ਚੁੱਕੇ ਹਾਂ ਉਹ ਧਰਮ ਖੰਡ ਦਾ ਧਰਮ ਸੀ, ਕਰਤੱਵ ਸੀ, ਫਰਜ਼ ਸਨ ਉੱਥੇ। ਹੁਣ ਸਤਿਗੁਰੂ ਅੱਗੇ ਕਹਿੰਦੇ ਆ ਕਿ ਗਿਆਨ ਖੰਡ ਕਾ ਆਖੋਂ ਕਰਮ, ਹੁਣ ਮੈਂ ਗਿਆਨ ਖੰਡ ਦਾ ਕਰਮ ਬਿਆਨ ਕਰਨ ਲੱਗਾ ਹਾਂ ਕਿ ਉੱਥੇ ਕੀ ਵਾਪਰਦਾ ਹੈ, ਉੱਥੇ ਕੀ ਕਰਤੱਵ ਹਨ, ਕੀ ਕੰਮ ਹੁੰਦੇ ਆ। ਗਿਆਨ ਖੰਡ ਕਾ ਆਖੋਂ ਕਰਮ, ਆਖੋਂ ਇੱਥੇ ਥੋੜਾ ਜਿਹਾ ਬਿੰਦੀ ਨਾਲ ਬੋਲਣਾ ਹੈ। ਆਖੋਂ ਦਾ ਅਰਥ ਹੁੰਦਾ ਹੈ ਆਖਣਾ, ਮੈਂ ਕਹਿਣ ਲੱਗਾ ਹਾਂ। ਜਿਵੇਂ ਮੈਂ ਆਖਾਂ ਆਪਾਂ ਕਹਿੰਦੇ ਨਾ ਮੈਂ ਕਹਿਣ ਲੱਗਾ ਗੱਲ ਨੂੰ, ਇਸ ਕਰਕੇ ਇੱਥੇ ਬਿੰਦੀ ਕੇ ਸਤਿਗੁਰੂ ਹੁਣ ਕਹਿੰਦੇ ਆ ਕਿ ਮੈਂ ਗਿਆਨ ਖੰਡ ਦੀ ਗੱਲ ਤੁਹਾਨੂੰ ਦੱਸਣ ਲੱਗਾ ਕਿ ਗਿਆਨ ਖੰਡ ਦਾ ਮੰਡਲ ਕਿਵੇਂ ਦਾ ਹੈ, ਉੱਥੇ ਕੀ ਅਵਸਥਾ ਹੈ ਮਨੁੱਖ ਦੀ, ਉੱਥੇ ਕੀ ਪ੍ਰਾਪਤੀ ਹੁੰਦੀ ਹੈ। ਗਿਆਨ ਦਾ ਅਰਥ ਸਾਧ ਸੰਗਤ ਇੱਥੇ ਆਮ ਗਿਆਨ ਨਹੀਂ ਲੈਣਾ। ਆਮ ਗਿਆਨ ਕੀ ਹੈ ਸਾਡਾ, ਕਿ ਆਪਾਂ ਨੂੰ ਆਪਣੇ ਪਰਿਵਾਰ ਬਾਰੇ ਜਾਣਕਾਰੀ ਹੁੰਦੀ ਹੈ, ਜਾਂ ਜੋ ਅਸੀਂ ਪੜ੍ਹਿਆ ਹੁੰਦਾ ਹੈ ਕਿਤਾਬਾਂ ਦੇ ਵਿੱਚ ਉਹ ਜਾਣਕਾਰੀ ਹੁੰਦੀ ਹੈ, ਜਾਂ ਅਸੀਂ ਜਿਸ ਕਿੱਤੇ ਦੇ ਵਿੱਚ ਮਾਹਰ ਹੁੰਦੇ ਹਾਂ ਉਹਦੀ ਜਾਣਕਾਰੀ ਹੁੰਦੀ ਹੈ, ਜਾਂ ਅਸੀਂ ਜੋ ਨਿਊਜ਼ ਪੇਪਰ ਪੜ੍ਹਦੇ ਹਾਂ, ਜਾਂ ਜੋ ਵੀ ਅਸੀਂ ਸੰਸਾਰ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਤੋਂ ਲੈ ਲਓ ਉੱਥੋਂ ਪ੍ਰਾਪਤ ਕਰਦੇ ਹਾਂ। ਇਹ ਉਸ ਗਿਆਨ ਦੀ ਗੱਲ ਨਹੀਂ ਕੀਤੀ ਗਈ, ਉਹ ਸਾਡਾ ਦੁਨਿਆਵੀ ਗਿਆਨ ਹੈ ਸਾਰਾ, ਜਿਹਦੇ ਵਿੱਚ ਅਸੀਂ ਆਪਣੇ ਪਰਿਵਾਰ ਬਾਰੇ ਜਾਣਕਾਰੀ ਰੱਖਦੇ ਹਾਂ, ਆਪਣੇ ਕਿੱਤੇ ਬਾਰੇ ਜਾਣਕਾਰੀ ਰੱਖਦੇ ਹਾਂ, ਜਿਹਦੇ ਵਿੱਚ ਅਸੀਂ ਪੂਰੇ ਸੰਸਾਰ ਦੀ ਜਿਹੜੀ ਹੈ ਕੀ ਘਟਨਾ ਹੋ ਰਹੀਆਂ ਉਹਦੇ ਬਾਰੇ ਜਾਣਕਾਰੀ ਰੱਖਦੇ ਹਾਂ। ਉਸ ਨੂੰ ਗਿਆਨ ਜਿਹੜਾ ਹੈ ਉਸ ਗਿਆਨ ਦੀ ਇੱਥੇ ਗੱਲ ਨਹੀਂ ਕੀਤੀ ਗਈ। ਇੱਥੇ ਇੱਕ ਅਦਭੁਤ ਗਿਆਨ, ਇੱਕ ਅਧਿਆਤਮਿਕ ਗਿਆਨ, ਇੱਕ ਮਨੁੱਖ ਦੀ ਬੁੱਧੀ ਤੋਂ ਪਰਲਾ ਗਿਆਨ, ਉਸ ਗਿਆਨ ਦੀ ਇੱਥੇ ਗੱਲ ਕੀਤੀ ਗਈ ਹੈ। ਸਤਿਗੁਰੂ ਕਹਿੰਦੇ ਹੁਣ ਮੈਂ ਗਿਆਨ ਖੰਡ ਦੀ ਤੇ ਤੁਹਾਡੇ ਨਾਲ ਗੱਲ ਕਰਨ ਲੱਗਾ, ਉਹ ਗਿਆਨ ਖੰਡ ਹੈ ਕਿਵੇਂ ਦਾ। ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਆ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਹੁਣ ਗਿਆਨ ਕੀ ਹੈ ਸਾਡਾ, ਅਸੀਂ ਇੱਕ ਪਾਣੀ ਮੰਨਦੇ ਹਾਂ ਸੰਸਾਰ ਦੇ ਉੱਤੇ ਕਿ ਇੱਕ ਪਾਣੀ ਹੈ ਜਿਹੜਾ ਅਸੀਂ ਪੀਂਦੇ ਹਾਂ, ਵਰਤਦੇ ਹਾਂ, ਜੋ ਵੀ ਕਰਦੇ ਹਾਂ। ਪਰ ਸਤਿਗੁਰੂ ਕਹਿੰਦੇ ਆ ਗਿਆਨ ਦੀ ਇੰਨੀ ਵਿਸ਼ਾਲਤਾ, ਪਤਾ ਨਹੀਂ ਇਸ ਪ੍ਰਮਾਤਮਾ ਦੇ ਬ੍ਰਹਿਮੰਡ ਦੇ ਵਿੱਚ ਜੋ ਉਹਨੇ ਖਿਲਾਰਾ ਖਿਲਾਰਿਆ, ਇਸ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜਿਹੜੇ ਹਨ ਉਹ ਪਾਣੀ ਹਨ। ਪਤਾ ਹੀ ਨਹੀਂ ਕਿੰਨੇ ਕੁ ਪਾਣੀ ਇਸ ਪ੍ਰਮਾਤਮਾ ਨੇ ਇਸ ਧਰਤੀ ਦੇ ਉੱਤੇ ਬਣਾਏ ਆ, ਤੇ ਕਿੰਨੇ ਕੁ ਸਤਿਗੁਰੂ ਕਹਿੰਦੇ ਪਾਣੀ ਵੈ ਸੰਤਰ, ਵੈ ਸੰਤਰ ਦਾ ਅਰਥ ਹੁੰਦਾ ਅਗਨੀਆਂ। ਪਤਾ ਨਹੀਂ ਕਿੰਨੀਆਂ ਕੁ ਅਗਨੀਆਂ ਉਸ ਅਕਾਲ ਪੁਰਖ ਨੇ ਬਣਾਈਆਂ ਹਨ। ਭਾਵ ਇੱਥੇ ਜਿਹੜਾ ਹੈ ਇੱਕ ਅਗਨ ਦੀ ਜਾਂ ਇੱਕ ਪਾਣੀ ਦੀ ਗੱਲ ਅਸੀਂ ਕਰਦੇ ਹਾਂ, ਪਰ ਸਤਿਗੁਰੂ ਕਹਿੰਦੇ ਪਤਾ ਨਹੀਂ ਕਿੰਨੇ ਕੁ ਪਾਣੀ ਤੇ ਕਿੰਨੀਆਂ ਕੁ ਅਗਨੀਆਂ ਹਨ ਇਸ ਪ੍ਰਮਾਤਮਾ ਦੀ ਵਿਸ਼ਾਲ ਇਸ ਕਾਇਨਾਤ ਦੇ ਅੰਦਰ। ਕੇਤੇ ਕਾਣ ਮਹੇ, ਸੰਸਾਰ ਦੇ ਲੋਕ ਇੱਕ ਕ੍ਰਿਸ਼ਨ ਦੇ ਪਿੱਛੇ ਲੜੀ ਜਾਂਦੇ ਸਨ, ਇੱਕ ਸ਼ਿਵ ਦੇ ਪਿੱਛੇ ਲੜੀ ਜਾਂਦੇ ਸਨ ਕਿ ਸਾਡਾ ਦੇਵਤਾ ਵੱਡਾ ਹੈ, ਸਾਡਾ ਦੇਵਤਾ ਵੱਡਾ ਹੈ। ਤੇ ਸਤਿਗੁਰੂ ਬਖਸ਼ਿਸ਼ ਕਰਦੇ ਕਹਿੰਦੇ ਤੁਸੀਂ ਇੱਕ ਦਾ ਗਿਆਨ ਲੈ ਕੇ, ਇੱਕ ਸ਼ਿਵ ਜੀ ਦਾ ਗਿਆਨ ਲੈ ਕੇ, ਇੱਕ ਕਾਨ
ਕ੍ਰਿਸ਼ਨ ਦਾ ਗਿਆਨ ਲੈ ਕੇ ਤੁਸੀਂ ਗੱਲਾਂ ਕਰਦੇ ਹੋ ਕਿ ਉਹ ਸਾਡਾ ਦੇਵਤਾ ਵੱਡਾ ਹੈ, ਪਰ ਸਤਿਗੁਰੂ ਬਖਸ਼ਿਸ਼ ਕਰਦੇ ਪਤਾ ਨਹੀਂ ਉਸ ਪ੍ਰਮਾਤਮਾ ਦੀ ਇਹ ਬਣਾਈ ਹੋਈ ਸ੍ਰਿਸ਼ਟੀ ਦੇ ਵਿੱਚ, ਇਸ ਕਾਇਨਾਤ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਸ਼ਿਵ ਜੀ ਤੇ ਕਿੰਨੇ ਕੁ ਜਿਹੜੇ ਕ੍ਰਿਸ਼ਨ ਹਨ। ਕੇਤੇ ਕਾਣ ਮਹੇਸ਼, ਕਈ ਕ੍ਰਿਸ਼ਨ ਤੇ ਕਈ ਜਿਹੜੇ ਮਹੇਸ਼ ਹਨ ਉਸ ਪ੍ਰਮਾਤਮਾ ਦੇ ਇਸ ਕਾਇਨਾਤ ਦੇ ਵਿੱਚ। ਇੱਕ ਧਰਤੀ ਦਾ ਜ਼ਿਕਰ ਨਹੀਂ, ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਦੇ ਉੱਤੇ ਕਿੰਨੇ ਕੁ ਕ੍ਰਿਸ਼ਨ ਤੁਰੇ ਫਿਰਦੇ ਆ ਤੇ ਕਿੰਨੇ ਕੁ ਕਾਣ ਮਹੇਸ਼, ਕਿੰਨੇ ਕੁ ਮਹੇਸ਼ ਜਿਹੜੇ ਸ਼ਿਵ ਜੀ ਵਰਗੇ ਆ ਉਹ ਤੁਰੇ ਫਿਰਦੇ ਆ। ਕੇਤੇ ਬਰਮੇ ਘਾੜ ਤੇ ਘੜੀਆ ਹੈ, ਰੂਪ ਰੰਗ ਕੇ ਵੇਸ। ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਇੱਕ ਬ੍ਰਹਮਾ ਤੋਂ ਤੁਸੀਂ ਕਹਿੰਦੇ ਸ੍ਰਿਸ਼ਟੀ ਪੈਦਾ ਹੋਈ, ਤੇ ਉਸ ਬ੍ਰਹਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਤੇ ਉਹ ਜਿਹੜਾ ਪੈਦਾ ਕਰ ਰਿਹਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੇਤੇ ਬਰਮੇ, ਪਤਾ ਨਹੀਂ ਕਿੰਨੇ ਕੁ ਬਰਮੇ ਹਨ ਜਿਹੜੇ ਘਾੜਤਾਂ ਘੜ ਰਹੇ ਆ ਤੇ ਜਿਹੜੇ ਪੈਦਾ ਕੀਤੇ ਅਕਾਲ ਪੁਰਖ ਨੇ, ਤੇ ਜਿਹੜੇ ਕਈ ਤਰ੍ਹਾਂ ਦੀਆਂ ਘਾੜਤਾਂ ਘੜ ਰਹੇ ਆ ਤੇ ਜਾਂ ਉਹਨਾਂ ਦੀਆਂ ਗਾਂ ਅੱਗੇ ਪਤਾ ਨਹੀਂ ਕਿੰਨੇ ਕੁ ਬ੍ਰਹਮੇ ਘਾੜਤਾਂ ਘੜੀ ਜਾ ਰਹੇ ਆ। ਹੁਣ ਗਿਆਨ ਦੀ ਵਿਸ਼ਾਲਤਾ ਹੈ ਨਾ, ਮਨੁੱਖ ਇੱਕ ਬ੍ਰਹਮਾ ਮੰਨਦਾ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪਤਾ ਨਹੀਂ ਉਹਨਾਂ ਜਿਸ ਬ੍ਰਹਮੇ ਨੂੰ ਤੁਸੀਂ ਮੰਨਦੇ, ਪਤਾ ਨਹੀਂ ਉਹਦੇ ਵਰਗੇ ਕਿੰਨੇ ਕੁ ਇਸ ਪਰਮਾਤਮਾ ਦੀ ਕਾਇਨਾਤ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਉਹਨੇ ਬਣਾ ਦਿੱਤੇ ਆ। ਰੂਪ ਰੰਗ ਕੇ ਵੇਸ, ਅਨੇਕਾਂ ਹੀ ਉਹਨਾਂ ਦੇ ਰੂਪ ਜਿਹੜੇ ਵੇਸ ਹਨ, ਅਨੇਕਾਂ ਹੀ ਰੂਪ ਹਨ। ਐਸੇ ਬ੍ਰਹਮੇ ਜਿਹੜੇ ਉਹਨਾਂ ਦੀ ਘਾੜਤ ਪਰਮਾਤਮਾ ਨੇ ਘੜੀ ਹੋਈ ਹੈ ਇਸ ਪੂਰੀ ਕਾਇਨਾਤ ਦੇ ਅੰਦਰ। ਕੇਤੀਆ ਕਰਮ ਭੂਮੀ ਮੇਰ, ਕੇਤੀਆਂ ਕਰਮ ਭੂਮੀ ਮੇਰ ਕੇਤੇ, ਇੱਥੇ ਰੁਕਣਾ ਹੈ ਜੀ, ਇੱਥੇ ਵਿਸ਼ਰਾਮ ਹੈ। ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼, ਇਸ ਤਰ੍ਹਾਂ ਪੜ੍ਹਨਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਆ। ਹੁਣ ਇਹ ਸਾਡੀ ਕਰਮ ਭੂਮੀ ਹੈ, ਜਿੱਥੇ ਅਸੀਂ ਨਿਵਾਸ ਕਰਦੇ ਹਾਂ, ਇੱਥੇ ਅਸੀਂ ਕਰਮ ਭੋਗਦੇ ਹਾਂ ਨਾ, ਸਾਡੇ ਲਈ ਇਹ ਕਰਮ ਭੂਮੀ ਹੈ। ਇੱਥੇ ਅਸੀਂ ਕੋਈ ਚੰਗੇ ਕਰਮ ਕਰਦਾ ਹੈ, ਕੋਈ ਮਾੜੇ ਕਰਮ ਕਰਦਾ ਹੈ, ਤੇ ਇੱਥੇ ਅਸੀਂ ਕਰਮ ਭੋਗਣ ਵਾਸਤੇ ਆਉਣੇ ਆ। ਪਰ ਸਤਿਗੁਰਾਂ ਨੇ ਦੇਖੋ ਕਿੰਨੀ ਵਿਸ਼ਾਲਤਾ ਦੱਸੀ। ਸਤਿਗੁਰੂ ਕਹਿੰਦੇ ਸਿਰਫ ਇਹੀ ਤੇਰੇ ਲਈ ਇੱਕ ਕਰਮ ਭੂਮੀ ਨਹੀਂ ਆ, ਇਸ ਕਾਇਨਾਤ ਦੇ ਅੰਦਰ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਹਨ, ਕਿੰਨੀਆਂ ਕੁ ਕਰਮ ਭੂਮੀਆਂ ਹਨ, ਜਿੱਥੇ ਕਈ ਜੀਵ ਜਿਹੜੇ ਆ ਉਹ ਕਰਮ ਭੋਗ ਰਹੇ ਆ। ਕਿੰਨੀ ਵਿਸ਼ਾਲਤਾ ਗਿਆਨ ਦੇ ਵਿੱਚ। ਮਨੁੱਖ ਕਹਿੰਦਾ ਸਿਰਫ ਇਹੀ ਸੰਸਾਰ ਹੈ ਜਿੱਥੇ ਮੈਂ ਆਇਆ ਤੇ ਇਹੀ ਮੇਰਾ ਗਿਆਨ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਕਹਿੰਦੇ ਪਤਾ ਨਹੀਂ ਕਿੰਨੀਆਂ ਕੁ ਕਰਮ ਭੂਮੀਆਂ ਤੇ ਕਿੰਨੇ ਕੁ ਹੀ ਉਸ ਅਕਾਲ ਪੁਰਖ ਕੇਤੇ ਧੂ ਉਪਦੇਸ਼, ਕਿੰਨੇ ਕੁ ਧਰੂ ਵਰਗੇ ਜਿਹੜੇ ਆ ਭਗਤ ਧਰੂ ਵਰਗੇ ਉਹਨੇ ਪੈਦਾ ਕੀਤੇ ਆ, ਤੇ ਕਿੰਨੇ ਕੁ ਉਹਨਾਂ ਨੂੰ ਉਪਦੇਸ਼ ਦੇਣ ਵਾਲੇ ਨਾਰਦ ਮੁਨੀ ਜਿਹੜੇ ਉਹ ਪੈਦਾ ਕੀਤੇ ਹੈ। ਕਿਉਂਕਿ ਧਰੂ ਨੂੰ ਨਾਰਦ ਮੁਨੀ ਨੇ ਉਪਦੇਸ਼ ਦਿੱਤਾ ਸੀ ਪਰਮਾਤਮਾ ਨੂੰ ਜਪਣ ਵਾਸਤੇ। ਸਤਿਗੁਰੂ ਬਖਸ਼ਿਸ਼ ਕਰਦੇ ਪਤਾ ਨਹੀਂ ਕਿੰਨੀਆਂ ਕੁ ਕਰਮ ਭੂਮੀਆਂ ਹਨ। ਇੱਕ ਗਾਥਾ ਯਾਦ ਆ ਗਈ, ਸੁਕਰਾਤ ਹੋਇਆ, ਇੱਕ ਬੜਾ ਵੱਡਾ ਫਿਲਾਸਫਰ ਹੋਇਆ ਸੁਕਰਾਤ। ਕਹਿੰਦੇ ਉਹ ਕਿਤੇ ਬੈਠਾ ਸੀ, ਧੁੱਪ ਦਾ ਆਨੰਦ ਲੈ ਰਿਹਾ ਸੀ, ਤੇ ਉਸ ਸ਼ਹਿਰ ਦਾ ਮੇਅਰ ਜਿਹੜਾ ਹੁੰਦਾ ਹੈ ਕਹਿ ਲਓ, ਜਾਂ MLA ਕਹਿ ਲਓ, ਉਸ ਸ਼ਹਿਰ ਦਾ ਆਇਆ, ਆ ਕੇ ਤੇ ਸੁਕਰਾਤ ਨੂੰ ਕਹਿੰਦਾ ਜੇ ਬੜੇ ਹੰਕਾਰ ਨਾਲ ਆ ਕੇ ਕਹਿੰਦਾ ਕਿ ਠੀਕ ਹੈ ਤੂੰ ਫਿਲਾਸਫਰ ਆ ਤੇ ਮੈਂ ਤੇਰੇ ਸਾਹਮਣੇ ਆਇਆ, ਤੂੰ ਝੁਕਿਆ ਇੰਨੀ, ਮੈਨੂੰ ਸਲਾਮ ਨਹੀਂ ਕੀਤੀ, ਕੋਈ ਕੀਤਾ ਹੀ। ਤੇ ਕਹਿੰਦਾ ਚੱਲ ਠੀਕ ਹੈ ਤੂੰ ਨਹੀਂ ਝੁਕਿਆ, ਤੂੰ ਦੱਸ ਤੈਨੂੰ ਕੀ ਚਾਹੀਦਾ, ਜੋ ਮੰਗੇਗਾ ਮੈਂ ਦੇਵਾਂਗਾ। ਬੜੇ ਹੰਕਾਰ ਨਾਲ ਉਹਨੇ ਆਖਿਆ। ਕਹਿੰਦਾ ਜੋ ਤੈਨੂੰ ਚਾਹੀਦਾ ਹੈ ਮੈਂ ਦੇਵਾਂਗਾ, ਮੈਂ ਇਸ ਸ਼ਹਿਰ ਦਾ ਮੇਅਰ ਆ, ਮੈਂ ਇਸ ਸ਼ਹਿਰ ਦਾ MLA ਕਹਿ ਲਓ, ਮੈਂ ਇਸ ਸ਼ਹਿਰ ਦਾ MLA ਆ, ਮੇਰੀ ਬੜੀ ਤਾਕਤ ਹੈ ਇਸ ਸ਼ਹਿਰ ਦੇ ਵਿੱਚ, ਤੇ ਤੈਨੂੰ ਦੱਸ ਤੈਨੂੰ ਕੀ ਚਾਹੀਦਾ, ਜੋ ਕਵੇਂਗਾ ਤੈਨੂੰ ਮਿਲੇਗਾ। ਪਰ ਤੂੰ ਆਪਣਾ ਹੈ ਬੜਾ ਹੰਕਾਰੀ, ਨਾਲ ਹੀ ਉਹਨੇ ਕਹਿਤਾ ਕਿ ਤੇਰੇ 'ਚ ਬੜਾ ਹੰਕਾਰ ਆ। ਉਸ ਸੁਕਰਾਤ ਨੂੰ ਕਹਿੰਦਾ ਕਿ ਮੈਂ ਆਇਆ ਤੇ ਤੂੰ ਮੇਰੇ ਅੱਗੇ ਝੁਕਿਆ ਨਹੀਂ, ਮੇਰੇ ਨਾਲ ਹੱਥ ਵੀ ਨਹੀਂ ਮਿਲਾਇਆ, ਮੇਰੀ ਆਓ ਭਗਤ ਨਹੀਂ ਕੀਤੀ। ਤੇ ਸੁਕਰਾਤ ਬੈਠਾ ਸੀ, ਧੁੱਪ ਸੇਕ ਰਿਹਾ। ਸੁਕਰਾਤ ਆਪਣੇ ਚੇਲੇ ਨੂੰ ਕਹਿੰਦਾ ਜਾ ਅੰਦਰੋਂ ਨਾ ਵਰਲਡ ਦਾ ਮੈਪ ਲੈ ਕੇ ਆ, ਸਾਰੀ ਦੁਨੀਆ ਦਾ ਨਕਸ਼ਾ ਲੈ ਕੇ ਆ। ਉਹ ਗਿਆ, ਉਹਦਾ ਚੇਲਾ, ਉਹਨੇ ਅੰਦਰੋਂ ਨਕਸ਼ਾ ਲੈ ਕੇ ਆਂਦਾ। ਨਕਸ਼ਾ ਲਿਆ ਕੇ ਵਿਛਾ ਕੇ ਸੁਕਰਾਤ ਕਹਿੰਦਾ ਬਹਿ ਜਾ ਮੇਰੇ ਕੋਲ। ਉਹ ਬਹਿ ਗਿਆ। ਕਹਿੰਦਾ ਮੈਨੂੰ ਦੱਸ ਇਸ ਨਕਸ਼ੇ ਦੇ ਵਿੱਚ ਤੇਰਾ ਦੇਸ਼ ਕਿਹੜਾ ਹੈ, ਤੇ ਜਿਹੜਾ ਤੇਰਾ ਦੇਸ਼ ਹੈ ਉਸ ਦੇਸ਼ ਦੇ ਵਿੱਚ ਤੇਰਾ ਜਿਹੜਾ ਸ਼ਹਿਰ ਕਿਹੜਾ ਹੈ, ਤੇ ਜਿਹੜਾ ਸ਼ਹਿਰ ਹੈ ਤੇਰਾ ਉਹਦੇ ਵਿੱਚ ਤੇਰੀ ਜਗ੍ਹਾ ਕਿੱਥੇ ਹੈ, ਮੈਨੂੰ ਦੱਸ ਮਾੜਾ ਜਿਹਾ। ਹੁਣ ਐਡੇ ਵੱਡੇ ਵਰਲਡ ਦਾ ਮੈਪ, ਪੂਰੀ ਦੁਨੀਆ ਦਾ ਮੈਪ ਵਿਛਾਤਾ ਜਦੋਂ ਸੁਕਰਾਤ ਨੇ ਅੱਗੇ, ਤੇ ਉਹ ਫਿਰ ਆਸੇ ਪਾਸੇ ਵੇਖੇ।
ਕਹਿੰਦਾ ਤੇ ਮੈਂ ਤੇ ਕਹਿੰਦਾ ਇਹਦੇ ਵਿੱਚ ਆਪਣਾ ਜਿਹੜਾ ਹੈ ਟਿਕਾਣਾ, ਆਪਣਾ ਸ਼ਹਿਰ, ਆਪਣਾ ਦੇਸ਼ ਹੀ ਜਿਹੜਾ ਉਹ ਨਹੀਂ ਲੱਭ ਸਕਦਾ। ਨਿੱਕਾ ਜਿਹਾ ਮੇਰਾ ਦੇਸ਼ ਲੱਗਣ ਦਿਆ ਇਹਦੇ ਵਿੱਚ, ਮੈਂ ਆਪਣੀ ਜਗ੍ਹਾ ਤੈਨੂੰ ਕਿੱਥੇ ਦੱਸਾਂ ਕਿ ਮੈਂ ਕਿੱਥੇ ਆ। ਕਹਿੰਦਾ ਇਹੋ ਤੇ ਗੱਲਾਂ ਤੁਹਾਨੂੰ ਲੈ ਬਹਿੰਦੀਆਂ, ਸੁਕਰਾਤ ਨੇ ਕਿਹਾ। ਕਹਿੰਦਾ ਇੰਨੇ ਵੱਡੇ ਵਿਸ਼ਾਲ ਬ੍ਰਹਿਮੰਡ ਦੇ ਵਿੱਚ, ਇੰਨੇ ਵੱਡੇ ਪੂਰੇ ਵਰਲਡ ਦੇ ਵਿੱਚ, ਪੂਰੇ ਵਰਲਡ ਦੇ ਮੈਪ ਦੇ ਵਿੱਚ ਤੇਰੀ ਔਕਾਤ ਇੱਕ ਰੇਤ ਦੇ ਤਿਨਕੇ ਜਿੰਨੀ ਆ ਤੇਰੀ ਔਕਾਤ, ਤੇ ਤੂੰ ਗੱਲਾਂ ਕਰਦਾ ਕਿ ਮੈਂ ਤੈਨੂੰ ਸਾਰਾ ਕੁਝ ਦੇ ਦੇਵਾਂਗਾ। ਤੇ ਹੁਣ ਜੇ ਹਿਸਾਬ ਲਾਇਆ ਜਾਵੇ, ਕਹਿੰਦੇ ਜਦੋਂ ਪਹਿਲੀ ਵਾਰੀ ਅਮਰੀਕਾ ਨੇ ਉਪਗ੍ਰਹਿ ਭੇਜਿਆ ਚੰਦ ਦੇ ਉੱਤੇ, ਜਦੋਂ ਇਹਨੇ ਇਨਸਾਨ ਭੇਜੇ, ਤੇ ਜਦੋਂ ਸੋਚਿਆ, ਜਦੋਂ ਤੁਰਨ ਲੱਗੇ, ਉਹਨਾਂ ਸੋਚਿਆ ਕਿ ਚਲੋ ਚੰਦ ਤੇ ਜਾਵਾਂਗੇ, ਆਪਣੇ ਦੇਸ਼ ਨੂੰ ਬਚਾ ਲਾਂਗੇ, ਕੱਲ ਨੂੰ ਜੇ ਕਿਤੇ ਜੰਗ ਲੱਗੀ ਤੇ ਆਪਣਾ ਦੇਸ਼ ਛੱਡ ਕੇ ਦੂਸਰਿਆਂ ਦੇ ਉੱਤੇ ਹਮਲਾ ਕਰਕੇ ਸਾਰਾ ਕੁਝ ਤਬਾਹ ਕਰ ਦਿਆਂਗੇ, ਆਪਣਾ ਦੇਸ਼ ਬਚਾ ਲਵਾਂਗੇ। ਤੇ ਕਹਿੰਦੇ ਜਦੋਂ ਚੰਦ ਤੇ ਗਏ ਤੇ ਚੰਦ ਤੋਂ ਧਰਤੀ ਨੂੰ ਦੇਖਿਆ, ਤੇ ਉਹ ਨਿੱਕੀ ਜਿਹੀ ਦਿਖੀ ਚੰਦ ਤੋਂ। ਜਦੋਂ ਦੇਖਿਆ ਤੇ ਸਾਰਾ ਹੰਕਾਰ ਜਿਹੜਾ ਚਕਨਾਚੂਰ ਹੋ ਗਿਆ। ਕਹਿੰਦੇ ਕਿਵੇਂ ਦੂਸਰਿਆਂ ਦੇਸ਼ਾਂ ਨੂੰ ਮਾਰ ਦੇਵਾਂਗੇ, ਸਾਡੀ ਤੇ ਇਸ ਬ੍ਰਹਿਮੰਡ ਦੇ ਵਿੱਚ, ਇਸ ਕਾਇਨਾਤ ਦੇ ਵਿੱਚ ਔਕਾਤ ਇੱਕ ਰੇਤ ਦੇ ਤਿਨਕੇ ਜਿੰਨੀ ਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਸਾਡੇ ਉਸੇ ਹੀ ਗਿਆਨ ਨੂੰ ਸੱਟ ਮਾਰੀ ਕਿ ਭਾਈ ਤੁਹਾਡੀ ਔਕਾਤ ਜਿਹੜੀ ਆ ਨਾ ਬਿਲਕੁਲ ਨਿੱਕੀ ਜੀ ਆ। ਇਸ ਪ੍ਰਮਾਤਮਾ ਦੇ ਵਿਸ਼ਾਲ ਬ੍ਰਹਿਮੰਡ ਦੇ ਵਿੱਚ ਜੋ ਮਨੁੱਖ ਦੀ ਔਕਾਤ ਹੈ ਨਾ, ਮਨੁੱਖ ਹੰਕਾਰ ਕਰਦਾ ਹੈ ਕਿ ਮੈਂ ਬੜਾ ਚੌਧਰੀ ਆ ਪਿੰਡ ਦਾ, ਮੈਨੂੰ ਬੜਾ ਕੁਝ ਪਤਾ ਹੈ। ਸਤਿਗੁਰੂ ਕਹਿੰਦੇ ਦੇਖ ਤੇਰਾ ਹੈ ਕੀ, ਪਤਾ ਨਹੀਂ ਤੇਰੇ ਜਿਸ ਕਰਮ ਭੂਮੀ ਤੇ ਤੂੰ ਵਿਚਰਦਾ ਹੈ ਨਾ, ਪਤਾ ਨਹੀਂ ਇਹੋ ਜਿਹੀਆਂ ਕਰਮ ਭੂਮੀਆਂ ਅਕਾਲ ਪੁਰਖ ਨੇ ਕਿੰਨੀਆਂ ਕੁ ਬਣਾ ਦਿੱਤੀਆਂ, ਤੇ ਕਿੰਨੇ ਕੁ ਜੀਵ ਉਹਨਾਂ ਦੇ ਪੈਦਾ ਹੋ ਕੇ ਤੇ ਆਪਣੇ ਕਰਮ ਭੋਗ ਰਹੇ ਆ। ਕਰਮ ਭੂਮੀ ਸ਼ਬਦ ਵਰਤਿਆ ਜਿੱਥੇ ਕਰਮ ਭੋਗੇ ਜਾਂਦੇ, ਇਹਦਾ ਮਤਲਬ ਕੋਈ ਭੂਮੀਆਂ ਉਹਦੇ ਹੋਰ ਵੀ ਹੈਗੀਆਂ, ਜਿਵੇਂ ਕਈ ਬ੍ਰਹਿਮੰਡ ਹੈ ਜਿੱਥੇ ਸਾਇੰਸ ਕਹਿੰਦੀ ਆ ਕਿ ਕੋਈ ਜੀਵ ਨਹੀਂ ਰਹਿੰਦਾ, ਤੇ ਪਰ ਸਤਿਗੁਰਾਂ ਨੇ ਸ਼ਬਦ ਕਰਮ ਭੂਮੀ ਵਰਤਿਆ, ਮਤਲਬ ਉੱਥੇ ਜੀਵ ਵੀ ਹੈਗੇ ਆ ਤੇ ਉਹ ਜੀਵ ਕਰਮ ਕਮਾ ਰਿਹਾ, ਤਾਂ ਸਤਿਗੁਰਾਂ ਨੇ ਇੱਥੇ ਕਰਮ ਭੂਮੀ ਸ਼ਬਦ ਜਿਹੜਾ ਉਹ ਵਰਤਿਆ। ਕੀਤੀਆਂ ਕਰਮ ਭੂਮੀ ਮੇਰ ਕੀਤੇ, ਕੀਤੇ ਧੂ ਉਪਦੇਸ਼, ਤੇ ਪਤਾ ਨਹੀਂ ਕਿੰਨੇ ਧਰੂ ਵਰਗੇ ਭਗਤ, ਤੇ ਉਹ ਜਿਹੜੇ ਆ ਉਪਦੇਸ਼ ਲੈ ਲੈ ਕੇ ਪਰਮਾਤਮਾ ਨੂੰ ਜਪ ਰਹੇ ਆ। ਕੋਈ ਇੱਕ ਧਰੂ ਦੀ ਗੱਲ ਨਹੀਂ ਇੱਥੇ ਕੀਤੀ। ਕੀਤੇ ਅੱਗੇ ਆ ਜੋ ਸਤਿਗੁਰੂ ਬਖਸ਼ਿਸ਼ ਕਰਦੇ ਆ, ਕੀਤੇ ਇੰਦ ਚੰਦ ਸੂਰ ਕੀਤੇ। ਹੁਣ ਇੰਦਰ ਵਰਗੇ ਦੇਵਤੇ ਉਹ ਵੀ ਇੱਕ ਨਹੀਂ ਆ, ਇੱਕ ਇੰਦਰ ਦੇਵਤਾ ਮੰਨਦੇ ਸੰਸਾਰ ਦੇ ਲੋਕ। ਸਤਿਗੁਰੂ ਬਖਸ਼ਿਸ਼ ਕਰਦੇ ਪਤਾ ਨਹੀਂ ਕਿੰਨੇ ਕੁ ਇੰਦਰ ਵਰਗੇ ਦੇਵਤੇ ਇਸ ਕਾਇਨਾਤ ਦੇ ਵਿੱਚ ਤੁਰੇ ਫਿਰਦੇ ਆ, ਤੇ ਚੰਦਰਮਾ ਵੀ ਕੋਈ ਇੱਕ ਨਹੀਂ, ਪਤਾ ਨਹੀਂ ਕਿੰਨੇ ਕੁ ਚੰਦਰਮਾ ਉਹਦੇ ਪੈਦਾ ਕੀਤੇ ਆ। ਇਹ ਵੀ ਹੁਣ ਸਾਇੰਸ ਨੇ ਗੱਲ ਜਾਣੀ ਹੈ ਕਿ ਸੂਰਜ ਤੋਂ ਵੀ ਵੱਡੇ ਸੂਰਜ ਜਿਹੜੇ ਆ ਨਾ ਇਸ ਸੰਸਾਰ ਦੇ ਉੱਤੇ ਹੈਗੇ, ਇਸ ਕਾਇਨਾਤ ਦੇ ਵਿੱਚ ਹੈਗੇ ਆ, ਤੇ ਜਿਹੜੇ ਧਰਤੀ ਤੋਂ ਦੂਰ ਹੋਣ ਦਾ ਕਰਕੇ ਜਿਹੜੇ ਉਹ ਪ੍ਰਕਾਸ਼ ਉਹਨਾਂ ਦਾ ਧਰਤੀ ਤੱਕ ਨਹੀਂ ਪਹੁੰਚਦਾ, ਇਸ ਕਰਕੇ ਸਾਨੂੰ ਪ੍ਰਤੀਤ ਨਹੀਂ ਹੁੰਦਾ। ਪਰ ਉਹ ਜਿਹੜੇ ਆ ਸਾਡੇ ਸੂਰਜ ਤੋਂ ਵੀ ਕਈ ਵੱਡੇ ਵੱਡੇ ਸੂਰਜ ਜਿਹੜੇ ਹੋ ਗਏ ਹੈਗੇ ਆ। ਸਤਿਗੁਰੂ ਬਖਸ਼ਿਸ਼ ਕਰਦੇ ਆ ਕੀਤੇ ਇੰਦਰ ਹਨ, ਪਤਾ ਨਹੀਂ ਕਿੰਨੇ ਕੁ ਇੰਦਰ ਦੇਵਤੇ ਵਰਗੇ ਪੈਦਾ ਕੀਤੇ ਆ। ਕੀਤੇ ਇੰਦ ਚੰਦ ਚੰਦਰਮਾ, ਪਤਾ ਨਹੀਂ ਉਹਨੇ ਕਿੰਨੇ ਕੁ ਬਣਾ ਦਿੱਤੇ ਆ। ਕੀਤੇ ਇੰਦ ਚੰਦ ਸੂਰ, ਸੂਰ ਤੋਂ ਅਰਥ ਸੂਰਜ, ਪਤਾ ਨਹੀਂ ਕਿੰਨੇ ਕੁ ਬੇਅੰਤੀ ਸੂਰਜ ਉਸ ਅਕਾਲ ਪੁਰਖ ਨੇ ਬਣਾਏ ਆ। ਨਮੋ ਸੂਰਜ ਸੂਰਜ, ਉਹ ਸੂਰਜਾਂ ਦਾ ਵੀ ਸੂਰਜ ਹੈ ਅਕਾਲ ਪੁਰਖ, ਆਪਾਂ ਪੰਜਾਬ ਸਾਹਿਬ ਚ ਪੜ੍ਹਦੇ ਹਾਂ। ਇਹ ਨਮੋ ਹੈ ਤੈਨੂੰ ਨਮਸਕਾਰ ਹੈ ਸੂਰਜ ਸੂਰਜੇ, ਇਹ ਸੂਰਜਾਂ ਦੇ ਸੂਰਜ ਅਕਾਲ ਪੁਰਖ ਆਪ ਜੀ ਨੂੰ ਨਮਸਕਾਰ ਹੈ ਸਾਡੀ, ਸਤਿਗੁਰਾਂ ਨੇ ਜਾਪ ਸਾਹਿਬ ਚ ਦੱਸਿਆ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਪਤਾ ਨਹੀਂ ਕਿੰਨੇ ਇੰਦਰ ਦੇਵਤੇ, ਕਿੰਨੇ ਕੁ ਚੰਦ, ਕਿੰਨੇ ਕੁ ਸੂਰਜ ਇਸ ਬ੍ਰਹਿਮੰਡ ਦੇ ਵਿੱਚ ਹਨ, ਕਿਤੇ ਮੰਡਲ ਦੇਸ਼, ਤੇ ਕਿੰਨੇ ਕੁ ਪਤਾ ਨਹੀਂ ਭਵਨ ਹਨ, ਤੇ ਕਿੰਨੇ ਕੁ ਦੇਸ਼। ਇਸ ਸਤਿਗੁਰਾਂ ਨੇ ਦੇਸ਼ ਵੀ ਗਿਣ ਦਿੱਤੇ ਕਿ ਪਤਾ ਨਹੀਂ ਕਿੰਨੇ ਕੁ ਦੇਸ਼ ਹਨ ਜਿਹੜੇ ਅਣਗਿਣਤ ਹਨ। ਪਤਾ ਨਹੀਂ ਕਿੰਨੇ ਕੁ ਮੰਡਲ, ਕਿੰਨੀਆਂ ਕੁ ਧਰਤੀਆਂ ਬਣਾਈਆਂ ਹੋਈਆਂ, ਕਿੰਨੇ ਕੁ ਬ੍ਰਹਿਮੰਡ ਬਣਾਏ ਹੋਏ ਆ, ਤੇ ਕਿੰਨੇ ਕੁ ਉੱਥੇ ਦੇਸ਼ ਪਰਮਾਤਮਾ ਨੇ ਬਣਾਏ ਹੋਏ ਆ, ਕੋਈ ਇੱਕ ਦੇਸ਼ ਦੀ ਗੱਲ ਨਹੀਂ ਆ। ਕੀਤੇ ਸਿੱਧ ਬੁੱਧ ਨਾਥ ਕੀਤੇ, ਇੱਥੇ ਰੁਕਣਾ ਹੈ। ਕੀਤੇ ਸਿੱਧ ਬੁੱਧ ਨਾਥ ਕੀਤੇ, ਕੀਤੇ ਦੇਵੀ ਵੇਸ। ਹੁਣ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਸਿੱਧ ਜਿਹੜਾ ਹੈ ਉਹ ਵੀ ਪਤਾ ਨਹੀਂ ਕਿੰਨੇ ਕਿਆ, ਤੇ ਬੁੱਧ ਬੁੱਧ ਗੌਤਮ ਰਿਖੀ ਜੋ ਬੁੱਧ ਹੋਏ, ਮਹਾਤਮਾ ਬੁੱਧ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਕਹਿੰਦੇ ਪਤਾ ਨਹੀਂ ਕਿੰਨੇ ਕੁ ਪਰਮਾਤਮਾ ਨੇ ਸਿੱਧ ਬਣਾ ਦਿੱਤੇ, ਤੇ ਕਿੰਨੇ ਕੁ ਜਿਹੜੇ ਆ ਮਹਾਤਮਾ ਬੁੱਧ ਵਰਗੇ ਜਿਹੜੇ ਗਿਆਨਵਾਨ ਪੁਰਸ਼ ਬਣਾ ਦਿੱਤੇ, ਤੇ ਨਾਥ ਜਿਹੜੇ ਜੋਗੀ ਹੁੰਦੇ ਆ ਪਤਾ ਨਹੀਂ ਉਹ ਕਿੰਨੇ ਕੁ ਬਣਾ ਦਿੱਤੇ ਪਰਮਾਤਮਾ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ। ਕੀਤੇ ਸਿੱਧ ਬੁੱਧ ਨਾਥ ਕੀਤੇ,
केते देवी वेश ते कई बेअंत ही देवियां बना करके ते अलग-अलग रूपां ਦੀਆਂ ਜਿਹੜੀਆਂ ਸਾਜ ਦਿੱਤੀਆਂ। ਭਾਵ ਸਤਿਗੁਰੂ ਇੱਥੇ ਬੇਅੰਤਤਾ ਦੱਸਦੇ ਆ ਕਿ ਕੋਈ ਇੱਕ ਜਾਂ 7 ਜਾਂ 8 ਦੇਵੀਆਂ ਦੀ ਤੁਸੀਂ ਗੱਲ ਕਰਦੇ ਹੋ, ਪਰ ਉਹਨੇ ਪ੍ਰਮਾਤਮਾ ਨੇ ਅਣਗਿਣਤ ਹੀ ਜਿਹੜੀਆਂ ਐਸੀਆਂ ਦੇਵੀਆਂ ਬਣਾ ਦਿੱਤੀਆਂ ਸੰਸਾਰ ਉੱਤੇ ਜਿਹੜੀਆਂ ਉਹਨੂੰ ਸਿਮਰ ਰਹੀਆਂ। ਤੇ ਪਤਾ ਨਹੀਂ ਕਿੰਨੇ ਕੁ ਮਹਾਤਮਾ ਬੁੱਧ ਵਰਗੇ ਬਣਾ ਦਿੱਤੇ, ਕਿੰਨੇ ਕੁ ਜਿਹੜੇ ਆ ਨਾਥ ਜੋਗੀ ਬਣਾ ਦਿੱਤੇ, ਸਿੱਧ ਬਣਾ ਦਿੱਤੇ, ਜਿਹੜੇ ਪ੍ਰਮਾਤਮਾ ਨੂੰ ਸਿਮਰ ਰਹੇ ਆ। ਤੁਸੀਂ ਇੱਕ ਇੱਕ ਦੀ ਗੱਲ ਕਰਦੇ ਹੋ, ਸਤਿਗੁਰੂ ਕਹਿੰਦੇ ਬੇਅੰਤ ਆ। ਵਿਸ਼ਾਲ ਗਿਆਨ ਹੈ ਨਾ, ਅਚਰਜਤਾ ਵੱਲ ਲੈ ਕੇ ਜਾਂਦਾ ਸਤਿਗੁਰੂ ਦਾ ਗਿਆਨ। ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ। ਹੁਣ ਪਤਾ ਨਹੀਂ ਸਤਿਗੁਰੂ ਕਹਿੰਦੇ ਕਿੰਨੇ ਕੁ ਉਹਨੇ ਦੇਵਤੇ ਪੈਦਾ ਕੀਤੇ। ਤੁਸੀਂ 33 ਕਰੋੜ ਦੀ ਗੱਲ ਕਰਦੇ ਹੋ, ਸਤਿਗੁਰੂ ਕਹਿੰਦੇ ਬੇਅੰਤ ਹਨ। 33 ਕਰੋੜ ਨਹੀਂ, ਬੇਅੰਤੀ ਦੇਵਤੇ ਬਣਾ ਦਿੱਤੇ। ਕੇਤੇ ਦੇਵ, ਫਿਰ ਦਾਨਵ ਵੀ ਬੜੇ ਬਣਾ ਦਿੱਤੇ ਉਹਨੇ ਅਕਾਲ ਪੁਰਖ ਨੇ। ਦਾਨਵ ਦੀ ਗੱਲ, ਦਾਨਵ ਤੋਂ ਭਾਵ ਜਿਹੜਾ ਰਾਖਸ਼ ਹੁੰਦੇ ਆ, ਕਿ ਉਹਨੇ ਜਿਹੜੇ ਆ ਦੇਵਤੇ ਵੀ ਪਤਾ ਨਹੀਂ ਕਿੰਨੇ ਕੁ ਸਾਜੇ ਆ ਤੇ ਕਿੰਨੇ ਕੁ ਜਿਹੜੇ ਆ ਦਾਨਵ ਬਣਾਏ ਆ ਇਸ ਪ੍ਰਮਾਤਮਾ ਨੇ ਆਪਣੀ ਇਸ ਸ੍ਰਿਸ਼ਟੀ ਦੇ ਵਿੱਚ। ਮੋਨ ਕੀਤੇ ਤੇ ਕਈ ਮੋਨ ਧਾਰੀ ਲਿਖੀ ਜਿਹੜੇ ਆ ਉਹ ਬਣਾ ਦਿੱਤੇ ਆ, ਜਿਹੜੇ ਮੋਨ ਧਾਰ ਕੇ ਬੈਠੇ ਆ। ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ। ਤੇ ਕਿੰਨੇ ਹੀ, ਕੋਈ 14 ਰਤਨਾਂ ਦੀ ਗੱਲ ਕਰਦਾ ਹੈ ਤੇ ਕੋਈ 7 ਸਮੁੰਦਰਾਂ ਦੀ ਗੱਲ ਕਰਦਾ, ਪਰ ਸਤਿਗੁਰੂ ਕਹਿੰਦੇ ਪਤਾ ਨਹੀਂ ਉਸ ਦੀ ਇਸ ਕਾਇਨਾਤ ਦੇ ਅੰਦਰ ਕਿੰਨੇ ਕੁ ਰਤਨ ਹਨ ਤੇ ਕਿੰਨੇ ਕੁ ਸਮੁੰਦਰ ਹਨ। ਪਿੱਛੇ ਜੇ ਸਾਇੰਸ ਨੇ ਇਹ ਗੱਲ ਮੰਨੀ ਹੈ ਕਿ ਇੱਥੋਂ ਕਾਫੀ ਹਜ਼ਾਰਾਂ ਜਿਹੜੇ ਪ੍ਰਕਾਸ਼ ਸਾਲ ਦੂਰ ਇੱਕ ਗ੍ਰਹਿ ਆ, ਜਿਹਦੇ ਉੱਤੇ ਹੀਰਿਆਂ ਦੀ ਜਿਹੜੀ ਬਰਸਾਤ ਹੁੰਦੀ ਹੈ, ਹੀਰਿਆਂ ਦੀ ਬਰਸਾਤ। ਤੇ ਇਸੇ ਤਰ੍ਹਾਂ ਇੱਕ ਐਸਾ ਗ੍ਰਹਿ ਮਿਲਿਆ ਜਿਹਦੇ ਤੇ ਹੈ ਹੀ ਸਾਰਾ ਪਾਣੀ ਦਾ, ਜਿੱਥੇ ਪਾਣੀ ਹੈ, ਸਿਰਫ ਪਾਣੀ ਹੈ, ਧਰਤੀ ਕੋਈ ਵੀ ਨਹੀਂ ਹੈ। ਸੋ ਸਤਿਗੁਰਾਂ ਨੇ ਦੇਖੋ ਬਖਸ਼ਿਸ਼ ਕੀਤੀ ਕਿ ਤੁਸੀਂ ਇਹਨਾਂ 14 ਰਤਨਾਂ ਦੀ ਗੱਲ ਕਰਦੇ ਹੋ, ਪਰ ਪ੍ਰਮਾਤਮਾ ਨੇ ਪਤਾ ਨਹੀਂ ਕਿੰਨੇ ਕੁ ਰਤਨ ਜਿਹੜੇ ਆ ਇਸ ਕਾਇਨਾਤ ਦੇ ਅੰਦਰ ਪੈਦਾ ਕੀਤੇ ਆ। ਕੇਤੇ ਰਤਨ ਸਮੁੰਦ, ਤੇ ਪਤਾ ਨਹੀਂ ਕਿੰਨੇ ਕੁ ਪਾਣੀਆਂ ਦੇ ਸਮੁੰਦਰ ਜਿਹੜੇ ਆ ਇਸ ਬ੍ਰਹਿਮੰਡ ਦੇ ਅੰਦਰ ਪੈਦਾ ਕੀਤੇ। ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ। ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। 4 ਖਾਣੀਆਂ ਮੰਨੀਆਂ ਜਾਂਦੀਆਂ ਹੈ ਜੀ, ਅੰਡਜ, ਜੇਰਜ, ਸੇਤਜ ਤੇ ਉਤਪੁਜ। ਅੰਡਜ ਹੁੰਦੇ ਜਿਹੜੇ ਆਂਡੇ ਤੋਂ ਪੈਦਾ ਹੁੰਦੇ ਆ, ਤੇ ਜੇਰਜ ਜਿਵੇਂ ਮਨੁੱਖ ਤੇ ਜਾਂ ਹੋਰ ਪਸ਼ੂ ਪੈਦਾ ਹੁੰਦੇ ਆ, ਜੇਰ ਤੋਂ ਪੈਦਾ ਹੁੰਦੇ ਜਿਹੜੇ। ਸੇਤਜ ਜਿਹੜੇ ਪਸੀਨੇ ਤੋਂ ਪੈਦਾ ਹੁੰਦੇ ਆ, ਤੇ ਉਤਪੁਜ ਜਿਹੜੇ ਜ਼ਮੀਨ ਦੇ ਵਿੱਚੋਂ ਪੈਦਾ ਹੁੰਦੇ ਆ। ਇਹ 4 ਖਾਣੀਆਂ ਅਸੀਂ ਇਸ ਸ੍ਰਿਸ਼ਟੀ ਦੀਆਂ ਮੰਨਦੇ, ਇਸ ਧਰਤੀ ਦੀਆਂ ਮੰਨਦੇ ਹਾਂ। ਪਰ ਸਤਿਗੁਰੂ ਨੇ ਵਿਸ਼ਾਲਤਾ ਦਿੱਤੀ ਕਿ ਪਤਾ ਨਹੀਂ ਕਿੰਨੀਆਂ ਕੁ ਖਾਣੀਆਂ ਹਨ। ਕੇਤੀਆ ਬਾਣੀ, ਤੇ ਹੁਣ 4 ਬਾਣੀਆਂ ਮੰਨੀਆਂ ਜਾਂਦੀਆਂ। ਪਰਾ, ਬਸੰਤੀ, ਮਧਮਾ, ਬੈਖਰੀ। ਪਰਾ ਹੁੰਦੀ ਹੈ ਜਿਹੜੀ ਸਾਡੀ ਧੁਨੀ ਚ ਜਦੋਂ ਆਵਾਜ਼ ਅਸੀਂ ਬੋਲਦੇ ਹਾਂ ਨਾ, ਇੱਥੋਂ ਆਵਾਜ਼ ਆਰੰਭ ਹੁੰਦੀ ਹੈ, ਸਾਡੇ ਪੇਟ ਚੋਂ, ਸਾਡੀ ਧੁਨੀ ਚੋਂ। ਇੱਥੋਂ ਜਦੋਂ ਆਰੰਭ ਹੁੰਦੀ ਇਹਨੂੰ ਪਰਾ ਕਹਿੰਦੇ ਆ। ਫਿਰ ਜਦੋਂ ਸਾਡੇ ਹਿਰਦੇ ਚ ਆਉਂਦੀ ਆ ਉਦੋਂ ਬਸੰਤੀ, ਤੇ ਜਦੋਂ ਸਾਡੇ ਗਲੇ ਚ ਆਉਂਦੀ ਉਦੋਂ ਮਧਮਾ, ਤੇ ਜਦੋਂ ਅਸੀਂ ਬਾਹਰ ਕੱਢਦੇ ਹਾਂ, ਕਿਸੇ ਨਾਲ ਗੱਲ ਕਰਦੇ ਹਾਂ, ਉਹਨੂੰ ਬੈਖਰੀ ਕਹਿੰਦੇ ਆ। ਇਹ 4 ਬਾਣੀਆਂ ਦੀ ਗੱਲ ਕੀਤੀ ਆ ਕਿ ਅਸੀਂ 4 ਬਾਣੀਆਂ ਮੰਨਦੇ ਹਾਂ ਤੇ 4 ਖਾਣੀਆਂ ਮੰਨਦੇ ਹਾਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ ਕਿ ਪਤਾ ਨਹੀਂ ਕਿੰਨੀਆਂ ਕੁ ਖਾਣੀਆਂ ਤੇ ਕਿੰਨੀਆਂ ਕੁ ਬਾਣੀਆਂ ਹਨ। ਸੋ ਇਹ ਤਾਂ ਕਹਿਣ ਤੋਂ ਭਾਵ ਕਿ ਅੱਜ ਸਾਇੰਸ ਇਹ ਗੱਲ ਕਹਿੰਦੀ ਆ ਕਿ ਜਿਸ ਜਗ੍ਹਾ ਦੇ ਉੱਤੇ ਜੀਵਨ ਹੋਏਗਾ ਉੱਥੇ ਜਿਹੜਾ ਹੈ ਮਨੁੱਖ ਆਕਸੀਜਨ ਤੋਂ ਬਿਨਾਂ ਨਹੀਂ ਰਹਿ ਸਕਦਾ, ਉੱਥੇ ਹਵਾ ਹੋਵੇਗੀ ਤੇ ਫਿਰ ਉਹਦਾ ਜੀਵਨ ਹੋਏਗਾ। ਪਰ ਸਤਿਗੁਰਾਂ ਨੇ ਇੱਥੇ ਕਹਿ ਦਿੱਤਾ ਕਿ ਉਹਨਾਂ ਦਾ ਕੀ ਪਤਾ ਕਿੰਨੀਆਂ ਕੁ ਖਾਣੀ, ਕਿਸ ਤਰੀਕੇ ਦੇ ਨਾਲ ਉਹ ਜਨਮ ਲੈਂਦੇ ਹੋਣਗੇ ਤੇ ਕਿਹੜੀ ਹਵਾ ਵਰਤਦੇ ਹੋਣਗੇ। ਅਸੀਂ ਆਕਸੀਜਨ ਨਾਲ ਜੀ ਸਕਦੇ, ਕੀ ਪਤਾ ਉਸ ਜਗ੍ਹਾ ਦੇ ਉੱਤੇ ਉਹ ਜਿਹੜੇ ਜੀਵ ਆ ਉਹ ਬਿਨਾਂ ਹਵਾ ਤੋਂ ਜਿਉਂਦੇ ਹੋਣ, ਬਿਨਾਂ ਆਕਸੀਜਨ ਤੋਂ ਜਿਉਂਦੇ ਹੋਣ। ਇਸ ਕਰਕੇ ਬੇਅੰਤ ਹੀ ਖਾਣੀਆਂ ਹਨ ਤੇ ਬੇਅੰਤ ਹੀ ਬਾਣੀਆਂ ਹਨ ਮਨੁੱਖਾਂ ਦੀਆਂ। ਪਤਾ ਨਹੀਂ ਕਿਹੜੀ ਕਿਹੜੀ ਬਾਣੀ ਬੋਲਦੇ ਹੋਣਗੇ, ਕਿਹੜੀ ਕਿਹੜੀ ਆਵਾਜ਼ ਉਹ ਬੋਲਦੇ ਹੋਣਗੇ। ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਪਾਤ ਦਾ ਅਰਥ ਹੈ ਪਾਤਸ਼ਾਹ ਤੇ ਨਰਿੰਦ ਦਾ ਅਰਥ ਹੈ ਰਾਜੇ। ਪਤਾ ਨਹੀਂ ਉਹਨੇ ਕਿੰਨੇ ਕੁ ਪਾਤਸ਼ਾਹ ਬਣਾ ਦਿੱਤੇ ਤੇ ਕਿੰਨੇ ਕੁ ਰਾਜੇ ਬਣਾ ਦਿੱਤੇ। ਇਸ ਦੀ ਸਮੁੱਚੀ ਕਾਇਨਾਤ ਦੇ ਅੰਦਰ ਬਹੁਤ ਰਾਜੇ ਹਨ ਤੇ ਬਹੁਤ ਹੀ ਪਾਤਸ਼ਾਹ ਹਨ। ਕੇਤੀਆ
ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ। ਹੁਣ ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਅਸੀਂ ਇੱਕ ਸੁਰਤ ਜੋੜਦੇ ਹਾਂ ਪ੍ਰਮਾਤਮਾ ਦੇ ਵਿੱਚ, ਸੁਰਤ ਜੋੜ ਕੇ ਉਹਨੂੰ ਯਾਦ ਕਰਦੇ ਹਾਂ। ਪਰ ਸਤਿਗੁਰੂ ਕਹਿੰਦੇ ਸੁਰਤ ਵੀ ਇੱਕ ਨਹੀਂ, ਪਤਾ ਨਹੀਂ ਕਿਹੜੇ ਕਿਹੜੇ ਢੰਗ ਦੇ ਨਾਲ ਜੀਵ ਉਸ ਪ੍ਰਮਾਤਮਾ ਦੇ ਵਿੱਚ ਆਪਣੀ ਸੁਰਤ ਜੋੜ ਰਹੇ ਆ। ਕੀਤੀਆਂ ਸੁਰਤੀ ਸੇਵਕ ਕੀਤੇ, ਫਿਰ ਉਹਦੇ ਸੇਵਕਾਂ ਦਾ ਕੋਈ ਅੰਤ ਨਹੀਂ ਹੈ। ਪਤਾ ਨਹੀਂ ਕਿੰਨੇ ਕੁ ਉਹਨੂੰ ਯਾਦ ਕਰਨ ਵਾਲੇ ਉਹਨੇ ਸੇਵਕ ਬਣਾਏ ਆਪਣੇ, ਜਿਹੜੇ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਆ, ਉਸ ਅਕਾਲ ਪੁਰਖ ਦੀ ਸੇਵਾ ਦੇ ਵਿੱਚ। ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ। ਸਤਿਗੁਰੂ ਬਖਸ਼ਿਸ਼ ਕਰਦੇ ਆ, ਕੋਈ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ ਕਿ ਕਿੰਨੇ ਉਸ ਜਗ੍ਹਾ ਦੇ ਉੱਤੇ ਸੁਰਤੀਆਂ ਟਿਕਾਉਣ ਵਾਲੇ ਹਨ, ਕਿੰਨੇ ਸੇਵਕ ਹਨ, ਕਿੰਨੇ ਪਾਤਸ਼ਾਹ ਹਨ, ਕਿੰਨੇ ਰਾਜੇ ਹਨ। ਸਤਿਗੁਰਾਂ ਨੇ ਕੀਤੀਆਂ ਕੀਤੀਆਂ ਕਹਿ ਕੇ ਵੀ ਅਖੀਰ ਦੇ ਉੱਤੇ ਗੱਲ ਕਹਿ ਦਿੱਤੀ ਕਿ ਨਾਨਕ ਅੰਤ ਨਾ ਅੰਤ। ਇਹ ਸਤਿਗੁਰੂ ਕਹਿੰਦੇ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਮੈਂ ਤੁਹਾਨੂੰ ਦੱਸ ਸਕਦਾ, ਪਰ ਮੇਰੇ ਕੋਲੋਂ ਵੀ ਸਤਿਗੁਰੂ ਕਹਿੰਦੇ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਭਾਵ ਸਤਿਗੁਰੂ ਸਾਰੀ ਗੱਲ ਦੱਸ ਕੇ ਵੀ ਕਹਿੰਦੇ ਆ ਕਿ ਉਹਦੇ ਹੁਕਮ ਵਿੱਚ ਰਹੋ। ਉਹਨੂੰ ਪਤਾ ਹੈ ਕਿ ਕਿੰਨੀਆਂ ਖਾਣੀਆਂ ਤੇ ਕਿੰਨੀਆਂ ਬਾਣੀਆਂ, ਕਿੰਨੇ ਕੁ ਰਾਜੇ ਤੇ ਕਿੰਨੇ ਕੁ ਪਾਤਸ਼ਾਹ ਤੇ ਕਿੰਨਾ ਕੁਝ ਹੈ, ਇਹ ਉਸ ਅਕਾਲ ਪੁਰਖ ਨੂੰ ਪਤਾ ਹੈ। ਹੁਣ ਇੱਥੇ ਵਿਸ਼ਾਲ ਗਿਆਨ ਦੀ ਸਤਿਗੁਰਾਂ ਨੇ ਇਸ ਪੌੜੀ ਦੇ ਅੰਦਰ ਜਿਹੜੀ ਬਖਸ਼ਿਸ਼ ਕੀਤੀ ਹੈ ਕਿ ਭਾਈ ਤੁਸੀਂ ਇੱਕ ਬ੍ਰਹਮਾ ਇੱਕ ਸ਼ਿਵ ਜੀ ਕਹਿੰਦੇ ਹੋ, ਪਰ ਉਹ ਪ੍ਰਮਾਤਮਾ ਪਤਾ ਨਹੀਂ ਇੰਨਾ ਬੇਅੰਤ ਹੈ ਕਿ ਪਤਾ ਨਹੀਂ ਕਿੰਨੀਆਂ ਖਾਣੀਆਂ ਤੇ ਕਿੰਨੀਆਂ ਕੁ ਬਾਣੀਆਂ ਬਣਾ ਦਿੱਤੀਆਂ। ਬੇਨਤੀ ਹੈ ਕਿ ਸਕਰੀਨ ਦੇ ਉੱਤੇ ਪਲੀਜ਼ ਕੁਛ ਨਾ ਤੁਸੀਂ ਲਿਖੋ, ਤੇ ਉਹ ਪਤਾ ਨਹੀਂ ਲੱਗਦਾ, ਇਸ ਕਰਕੇ ਮੈਂ ਸਾਹਮਣੇ ਆਪ ਜੀ ਦੀਆਂ ਸਾਰਿਆਂ ਦੀਆਂ ਤਸਵੀਰਾਂ ਖੋਲੀਆਂ ਹੋਈਆਂ, ਕਿਤੇ ਕੋਈ ਗੱਲ ਹੋਵੇ ਇਸ ਕਰਕੇ ਮੈਨੂੰ ਸਕਰੀਨ ਜਿਹੜੀ ਉਹ ਨਹੀਂ ਦਿਖ ਰਹੀ ਹੇਠਾਂ। ਸੋ ਬੇਨਤੀ ਇਹ ਹੈ ਕਿ ਉੱਪਰ ਲਿਖਣ ਦੀ ਜਿਹੜੀ ਕੋਸ਼ਿਸ਼ ਨਾ ਕਰੋ, ਪਤਾ ਨਹੀਂ ਲੱਗਦਾ ਫਿਰ ਪੜ੍ਹਨ ਵਾਲੀ ਸੰਗਤ ਨੂੰ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਗਿਆਨ ਖੰਡ ਦੀ ਗੱਲ ਕਰ ਦਿੱਤੀ ਹੈ, ਪਰ ਇੱਥੇ ਫਿਰ ਗਿਆਨ ਖੰਡ ਤੋਂ ਹੀ ਗੱਲ ਸ਼ੁਰੂ ਕਰਦੇ। ਅਗਲੀ ਪੌੜੀ 36ਵੀਂ ਪੌੜੀ ਆਰੰਭ ਹੁੰਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਉਸ ਜਗ੍ਹਾ ਦੇ ਉੱਤੇ ਪ੍ਰਚੰਡ ਗਿਆਨ ਹੈ। ਹੁਣ ਸੰਸਾਰੀ ਗਿਆਨ ਜਿਹੜਾ ਹੁੰਦਾ ਹੈ, ਕਈ ਵਾਰੀ ਸੰਸਾਰ ਦਾ ਗਿਆਨ ਲੈਂਦਿਆਂ ਲੈਂਦਿਆਂ ਮਨੁੱਖ ਪਾਗਲ ਹੋ ਜਾਂਦਾ ਹੈ। ਕਈ ਵਾਰੀ ਸੰਸਾਰ ਦਾ ਗਿਆਨ ਪੜ੍ਹ ਕੇ ਨਾ, ਕਈ ਵਾਰੀ ਤੇ ਸੰਸਾਰੀ ਗਿਆਨ ਪ੍ਰਾਪਤ ਕਰਕੇ ਮਨੁੱਖ ਪਾਗਲ ਵੀ ਹੋ ਜਾਂਦਾ ਹੈ। ਪਰ ਸਤਿਗੁਰੂ ਕਹਿੰਦੇ ਕਿ ਇਹ ਜਿਹੜਾ ਹੈ ਨਾ ਗਿਆਨ, ਜਿਹੜਾ ਮੈਂ ਉੱਤੇ ਦੱਸ ਕੇ ਆਇਆ, ਇਹ ਕੋਈ ਪਾਗਲ ਕਰਨ ਵਾਲੀ ਰਚਨਾ ਨਹੀਂ ਹੈ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਉਸ ਜਗ੍ਹਾ ਦੇ ਉੱਤੇ ਪ੍ਰਚੰਡ ਗਿਆਨ ਹੈ, ਬਲਵਾਨ, ਬੜੇ ਹੀ ਸ਼ਕਤੀਸ਼ਾਲੀ ਗਿਆਨ ਹੈ ਉਸ ਜਗ੍ਹਾ ਦੇ ਉੱਤੇ। ਜਿਹੜਾ ਪ੍ਰਚੰਡ ਗਿਆਨ ਹੈ, ਬੜੇ ਤੇਜ ਵਾਲਾ, ਬੜਾ ਹੀ ਪ੍ਰਬਲ ਗਿਆਨ ਹੈ ਉਸ ਜਗ੍ਹਾ ਦੇ ਉੱਤੇ। ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ। ਉਸ ਜਗ੍ਹਾ ਦੇ ਉੱਤੇ ਨਾਦ ਸੁਣਦੇ ਆ, ਸ਼ਬਦ ਦੀ ਗੂੰਜ ਸੁਣਦੀ ਉਸ ਜਗ੍ਹਾ ਦੇ ਉੱਤੇ, ਜਿੱਥੋਂ ਇਹ ਗਿਆਨ ਪ੍ਰਾਪਤ ਹੁੰਦਾ ਹੈ ਨਾ। ਜਦੋਂ ਇੱਥੇ ਅਵਸਥਾ ਪਹੁੰਚਦੀ ਹੈ ਮਨੁੱਖ ਦੀ, ਉਹਨੂੰ ਪਤਾ ਲੱਗਦਾ ਕੀਤੀਆਂ ਪੌਣ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼। ਜਦੋਂ ਪਤਾ ਲੱਗਦਾ ਫਿਰ ਉਹਨੂੰ ਹਰ ਚੀਜ਼ ਦੇ ਵਿੱਚੋਂ ਨਾਦ ਸੁਣਦਾ ਹੈ, ਸ਼ਬਦ ਸੁਣਦਾ ਹੈ, ਸ਼ਬਦ ਦੇ ਝਲਕਾਰੇ ਪੈਂਦੇ ਆ। ਤਿੱਥੈ ਨਾਦ ਵਿਨੋਦ, ਤੇ ਉਸ ਜਗ੍ਹਾ ਦੇ ਉੱਤੇ ਫਿਰ ਤਮਾਸ਼ੇ ਜਿਹੜੇ ਹੁੰਦੇ ਆ, ਆਹ ਸੰਸਾਰੀ ਤਮਾਸ਼ਾ ਹੈ ਨਾ ਸਾਰਾ ਉਹਦਾ ਪਸਰਿਆ ਆ। ਤੇ ਫਿਰ ਮਨੁੱਖ ਨੂੰ ਉੱਥੇ ਗਿਆਨ ਹੁੰਦਾ ਹੈ ਕਿ ਤਮਾਸ਼ਾ ਅਕਾਲ ਪੁਰਖ ਨੇ ਕਿਉਂ ਫੈਲਾਇਆ, ਇਹ ਸਾਰਾ ਕੁਛ ਕਾਹਦੇ ਵਾਸਤੇ ਹੈ। ਤੇ ਉੱਥੇ ਫਿਰ ਇਹ ਵਿਨੋਦ ਦਾ ਅਰਥ ਹੁੰਦਾ ਤਮਾਸ਼ੇ। ਇੱਥੇ ਨਾਦ ਵਿਨੋਦ ਕੋਡ, ਕੋਡ ਦਾ ਅਰਥ ਹੁੰਦਾ ਕੌਤਕ। ਕੌਤਕ ਕੀ ਹੈ ਪਰਮਾਤਮਾ ਦੇ, ਕਿਸੇ ਨੂੰ ਬਣਾ ਰਿਹਾ ਤੇ ਕਿਸੇ ਨੂੰ ਖਤਮ ਕਰ ਰਿਹਾ, ਇਹਦਾ ਕੌਤਕ ਹੈ। ਕਿਸੇ ਮਾੜੇ ਨੂੰ ਪਤਾ ਨਹੀਂ ਕਿਹੜੇ ਵੇਲੇ ਚੁੱਕ ਕੇ ਤੇ ਤਖਤਾਂ ਤੇ ਬਿਠਾਈ ਜਾ ਰਿਹਾ, ਤੇ ਕਈ ਤਖਤਾਂ ਤੇ ਬੈਠਿਆਂ ਨੂੰ ਲਾਹ ਕੇ ਥੱਲੇ ਸਿੱਟੀ ਜਾ ਰਿਹਾ, ਇਹਦੇ ਕੌਤਕ ਹੈ। ਤੇ ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਜਦੋਂ ਗਿਆਨ ਹੁੰਦਾ ਹੈ ਨਾ, ਜਿਹੜਾ ਗਿਆਨ ਜੋ ਅਧਿਆਤਮਿਕ ਗਿਆਨ ਹੁੰਦਾ, ਜਿਹੜਾ ਪ੍ਰਚੰਡ ਗਿਆਨ ਪ੍ਰਾਪਤ ਹੁੰਦਾ ਹੈ, ਉਸ ਗਿਆਨ ਦੇ ਨਾਲ ਪਤਾ ਲੱਗਦਾ ਹੈ ਕਿ ਸਾਰੇ ਪਾਸੇ ਸ਼ਬਦ ਹੀ ਵਰਤ ਰਿਹਾ ਹੈ। ਨਾਦ ਦਾ ਅਰਥ ਸ਼ਬਦ, ਹਰ ਪਾਸੇ ਸ਼ਬਦ ਹੈ, ਹਰ ਚੀਜ਼ ਦੇ ਵਿੱਚ ਸ਼ਬਦ ਹੈ। ਤੇ ਫਿਰ ਉਸ ਤੋਂ ਬਾਅਦ ਪਤਾ ਲੱਗਦਾ ਕਿ ਜਗਤ ਤਮਾਸ਼ਾ ਕਾਹਦੇ ਵਾਸਤੇ ਹੈ, ਪਰ ਉਹ ਦੱਸਦੇ ਨਹੀਂ। ਜਿਨ੍ਹਾਂ ਨੂੰ ਪਤਾ ਲੱਗਦਾ ਹੈ ਉਹ ਦੱਸਦੇ ਨਹੀਂ, ਕਿਉਂਕਿ ਇਹ ਗਿਆਨ ਜਿਹੜਾ ਹੈ ਅਧਿਆਤਮਿਕ ਗਿਆਨ ਮੰਨਿਆ ਜਾਂਦਾ, ਦੱਸਿਆ ਨਹੀਂ ਜਾਂਦਾ। ਸਤਿਗੁਰ ਬਖਸ਼ਿਸ਼ ਕਰਦੇ ਕਹਿੰਦੇ ਫਿਰ ਕੋਡ ਆਨੰਦ, ਫਿਰ ਉਸ ਜਗ੍ਹਾ ਦੇ ਉੱਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸ ਗਿਆਨ ਦੇ ਨਾਲ ਕੋਈ ਪਾਗਲ ਨਹੀਂ ਹੁੰਦਾ, ਇਸ ਗਿਆਨ ਨੂੰ ਪ੍ਰਾਪਤ ਕਰਕੇ ਆਨੰਦ ਦੇ ਵਿੱਚ ਰਹਿੰਦਾ ਹੈ ਮਨੁੱਖ। ਫਿਰ ਹੱਥ ਜੋੜ ਕੇ ਉਹਦੇ ਦਰ ਤੇ ਖੜਾ ਰਹਿੰਦਾ ਹੈ ਮਨੁੱਖ, ਆਨੰਦ ਅਵਸਥਾ ਜਿਹੜੀ ਹੈ ਉਹਨੂੰ ਪ੍ਰਾਪਤ ਹੁੰਦਾ ਹੈ।
ਇਸੇ ਭਾਈ ਵੀਰ ਸਿੰਘ ਜੀ ਦੀ ਇੱਕ ਬੜੀ ਸੁੰਦਰ ਕਵਿਤਾ ਹੈ। ਉਹ ਕਹਿੰਦੇ ਕਿ ਜੋ ਪ੍ਰਮਾਤਮਾ ਨੇ ਰਚਿਆ ਨਾ, ਇਹ ਵਲਵਲੇ ਦੀਆਂ ਉਡਾਰੀਆਂ, ਵਲਵਲਾ ਕਵਿਤਾ ਹੈ ਉਹਨਾਂ ਦੀ ਇੱਕ। ਜਿਸ ਜਗ੍ਹਾ ਤੋਂ ਬੁੱਧੀ ਖੰਭ ਸਾ ਢੱਠੀ, ਮੱਲੋ ਮੱਲੀ ਦਿਲ ਉੱਥੇ ਲਾਉਂਦਾ ਏ ਉਡਾਰੀਆਂ। ਪਿਆਲੇ ਅਣਡਿੱਠੇ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਪਿਆਰਿਆ ਵਿੱਚ ਝੂਮਾਂ ਆਉਣ ਪਿਆਰੀਆਂ। ਗਿਆਨੀ ਸਾਨੂੰ ਹੋੜਦਾ ਏ ਵਹਿਮੀ ਢੋਲਾ ਆਖਦਾ ਏ, ਮਾਰੇ ਗਏ ਨੇ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਡਾਰੀਆਂ। ਬੈਠ ਵੇ ਗਿਆਨੀ ਬੁੱਧੀ ਮੰਡਲਾਂ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਜਾ ਰਹੀਆਂ। ਜਿਨ੍ਹਾਂ ਦੀ ਸੁਰਤ ਇੱਥੇ ਪਹੁੰਚਦੀ ਆ ਨਾ, ਉਹ ਫਿਰ ਬੁੱਧੀ ਦੀ ਕੈਦ ਵਿੱਚ ਨਹੀਂ ਰਹਿੰਦੇ, ਉਹ ਫਿਰ ਵਿਸ਼ਾਲ ਹੋ ਜਾਂਦੇ ਆ। ਉਹਨਾਂ ਦੀ ਬੁੱਧੀ ਜਿਹੜੀ ਵਿਸ਼ਾਲਤਾ ਵੱਲ ਜਾਂਦੀ ਹੈ, ਤੇ ਫਿਰ ਉਹਨਾਂ ਨੂੰ ਇੱਥੇ ਆਨੰਦ ਦੀ ਪ੍ਰਾਪਤੀ ਹੁੰਦੀ ਜਦੋਂ ਇਹ ਗਿਆਨ ਪ੍ਰਾਪਤ ਹੁੰਦਾ ਹੈ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ। ਨਾਦ ਨਹੀਂ ਪੜ੍ਹਨਾ, ਨਾਦ ਪੋਲਾ ਜਿਹਾ ਪੜ੍ਹਨਾ, ਨਾਦ ਨਹੀਂ ਪੜ੍ਹਨਾ, ਫਿਰ ਧੱਦਾ ਲੱਗ ਜਾਏਗਾ ਜੇ ਆਪਾਂ ਨਾਦ ਪੜਾਂਗੇ। ਨਾਦ ਨਹੀਂ ਪੜ੍ਹਨਾ, ਨਾਦ ਪੋਲੇ ਜੇ ਬੋਲਣਾ ਹੈ। ਤਿੱਥੈ ਨਾਦ ਵਿਨੋਦ ਗੂੜ ਆਨੰਦ, ਫਿਰ ਉੱਥੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਉਸ ਜਗ੍ਹਾ ਨੂੰ ਫਿਰ ਮਾਣਿਆ ਜਾਂਦਾ ਹੈ। ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਇੱਕ ਬੜੀ ਸੁੰਦਰ ਗਾਥਾ ਲਿਖੀ ਹੈ, ਆਪਣੇ ਜੀਵਨ ਦੀ ਘਟਨਾ। ਆਨੰਦ ਦੀ ਗੱਲ ਹੈ, ਅੱਗੇ ਸਰਮ ਖੰਡ ਸ਼ੁਰੂ ਹੋਣਾ ਹੈ, ਇਹ ਸਾਰਾ ਆਨੰਦ ਵਾਲਾ ਖੰਡ ਹੀ ਹੈ ਅਗਲਾ। ਉਹ ਕਹਿ ਕੇ ਅੱਗੇ ਚੱਲੀਏ ਕਿ ਪ੍ਰਿੰਸੀਪਲ ਗੰਗਾ ਸਿੰਘ ਲਿਖਦੇ, ਕਹਿੰਦੇ ਕਿਸੇ ਗੁਰਦੁਆਰੇ ਸਾਹਿਬ ਦੇ ਵਿੱਚ ਮੈਂ ਲੈਕਚਰ ਕਰਨ ਗਿਆ। ਵਿਦਵਾਨ ਬਹੁਤ ਸਨ, ਪੜ੍ਹੇ ਲਿਖੇ ਬਹੁਤ ਸਨ। ਲੈਕਚਰ ਕਰਨ ਗਿਆ, ਕਹਿੰਦੇ ਆਨੰਦ ਦੀ ਅਵਸਥਾ ਦੇ ਉੱਤੇ ਮੈਂ ਜਿਹੜਾ ਸੀ ਲੈਕਚਰ ਕੀਤਾ। ਬੜਾ ਗਿਆਨ ਦਿੱਤਾ ਲੋਕਾਂ ਨੂੰ ਜੋ ਬੈਠੇ ਸਨ ਸਾਹਮਣੇ ਸਰੋਤੇ। ਉਹਨਾਂ ਆਪਣੀ ਗਾਥਾ 'ਚ ਲਿਖਿਆ ਕਿ ਮੈਂ ਦੋਵੇਂ ਹੱਥ ਉੱਪਰ ਕਰ ਕਰਕੇ ਜਿਹੜਾ ਸੀ ਉਹ ਲੋਕਾਂ ਨੂੰ ਦੱਸ ਰਿਹਾ ਸੀ ਕਿ ਵੱਖ-ਵੱਖ ਧਰਮਾਂ 'ਚ ਆਨੰਦ ਕਿਵੇਂ ਪ੍ਰਾਪਤ ਹੁੰਦਾ ਹੈ, ਸਿੱਖ ਧਰਮ 'ਚ ਆਨੰਦ ਦੀ ਕੀ ਪਰਿਭਾਸ਼ਾ ਹੈ। ਪੜ੍ਹੇ ਲਿਖੇ ਬੜੇ ਸਨ, ਵਿਦਵਾਨ ਸਨ ਪ੍ਰਿੰਸੀਪਲ ਗੰਗਾ ਸਿੰਘ, ਤੇ ਬੜਾ ਕੁਝ ਜਿਵੇਂ ਦੱਸਿਆ। ਤੇ ਨਾਲ ਹੀ ਤਾਬਿਆਂ ਦੇ ਵਿੱਚ ਨਾ ਸੰਤ ਬਾਬਾ ਅਤਰ ਸਿੰਘ ਬੈਠੇ ਸਨ। ਸੰਤ ਬਾਬਾ ਅਤਰ ਸਿੰਘ ਜਿਹੜੇ ਉਹ ਚੌਰ ਸਾਹਿਬ ਕਰ ਰਹੇ ਸਨ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੇ ਅੱਖਾਂ ਮੀਟੀਆਂ ਸਨ ਤੇ ਸਿਰ ਹਿਲਾਈ ਜਾ ਰਹੇ ਸੀ। ਤੇ ਪ੍ਰਿੰਸੀਪਲ ਗੰਗਾ ਸਿੰਘ ਨੇ ਵੇਖਿਆ ਵੀ ਸਮੇਂ ਦੇ ਮਹਾਂਪੁਰਖ ਆ, ਤੇ ਨਾਲੇ ਕਹਿੰਦੇ ਕਿ ਮੈਂ ਲੈਕਚਰ ਕਰੀ ਜਾਵਾਂ ਤੇ ਨਾਲੇ ਉਹਨਾਂ ਵੱਲ ਵੇਖੀ ਜਾਵਾਂ, ਸੰਤ ਅਤਰ ਸਿੰਘ ਵੱਲ, ਵੀ ਲੱਗਦਾ ਸੰਤਾਂ ਨੂੰ ਮੇਰਾ ਲੈਕਚਰ ਬੜਾ ਪਸੰਦ ਆਇਆ ਜਿਹੜਾ ਸਿਰ ਮਾਰ ਰਹੇ। ਤੇ ਕਹਿੰਦੇ ਸਮਾਂ ਬੀਤਿਆ, ਮੈਂ 2-3 ਘੰਟੇ ਲਾਏ ਇਸ ਵਿਸ਼ੇ ਦੇ ਉੱਤੇ, ਆਨੰਦ ਦੇ ਵਿਸ਼ੇ ਦੇ ਉੱਤੇ। 2-3 ਘੰਟੇ ਲਾ ਕੇ ਸਮਾਪਤੀ ਕੀਤੀ ਤੇ ਲੰਗਰ ਪ੍ਰਸ਼ਾਦਾ ਬਣਿਆ ਸੀ। ਸਮਾਪਤੀ ਤੋਂ ਬਾਅਦ ਲੰਗਰ ਛਕਣ ਲੱਗੇ। ਕਹਿੰਦੇ ਲੰਗਰ ਛਕਣ ਲੱਗੇ ਤੇ ਸੰਤ ਬਾਬਾ ਅਤਰ ਸਿੰਘ ਹੇਠਾਂ ਆ ਗਏ ਤੇ ਉਹ ਥਾਲ ਵਰਤਾ ਰਹੇ ਸੀ ਸੰਗਤ ਨੂੰ। ਜਿਹੜੀ ਸੰਗਤ ਆਉਂਦੀ ਉਹਨਾਂ ਨੂੰ ਥਾਲ ਵਰਤਾ ਰਹੇ ਸੀ ਤੇ ਸੰਗਤ ਥਾਲ ਲੈ ਕੇ ਬੈਠ ਰਹੀ ਸੀ। ਕਹਿੰਦੇ ਮੈਂ ਵੀ ਸੰਤ ਬਾਬਾ ਅਤਰ ਸਿੰਘ ਦੇ ਕੋਲੋਂ ਥਾਲ ਲੈਣ ਵਾਸਤੇ ਅੱਗੇ ਹੋਇਆ, ਤੇ ਜਦੋਂ ਅੱਗੇ ਹੱਥ ਕਰਕੇ ਥਾਲ ਫੜਨ ਲੱਗਾ ਤੇ ਉਹਨਾਂ ਨੇ ਗੁੱਟ ਫੜ ਕੇ ਲਾਗੇ ਬਿਠਾ ਲਿਆ। ਤੇ ਲਾਗੇ ਬਿਠਾ ਕੇ ਕਹਿੰਦੇ ਆ ਗੰਗਾ ਸਿੰਘਾ ਇੱਕ ਗੱਲ ਦੱਸ ਕਿ ਤੂੰ ਆਨੰਦ ਦੀ ਵਿਆਖਿਆ ਕੀਤੀ, ਬੜੀ ਵਧੀਆ ਵਿਆਖਿਆ ਕੀਤੀ ਆ, ਬਹੁਤ ਸੁੰਦਰ ਵਿਆਖਿਆ ਕੀਤੀ ਆ, ਪਰ ਮੈਨੂੰ ਇੱਕ ਗੱਲ ਦੱਸ ਕਿ ਆ ਜਿਹੜੀ ਤੂੰ ਵਿਆਖਿਆ ਕੀਤੀ ਇਸ ਆਨੰਦ ਨੂੰ ਮਾਣਿਆ ਵੀ ਉਹ ਕਿਤੇ? ਪ੍ਰਿੰਸੀਪਲ ਗੰਗਾ ਸਿੰਘ ਹੁਣ ਵਿਦਵਾਨ ਸਨ, ਉਹ ਕਹਿ ਸਕਦੇ ਸਨ ਕਿ ਮੈਨੂੰ ਬੜਾ ਕੁਝ ਪਤਾ, ਪਰ ਕਹਿੰਦੇ ਮੇਰੇ ਕਰਮ ਚੰਗੇ, ਮੈਂ ਕਿਸੇ ਦਾ ਮਹਾਂਪੁਰਖ, ਮੈਂ ਮਾਣਿਆ ਨੀਗਾ ਇਸ ਆਨੰਦ ਨੂੰ। ਪਰ ਮੈਨੂੰ ਇਹ ਜੋ ਪੜ੍ਹਿਆ ਹੈ ਮੈਂ ਕਿਤਾਬਾਂ ਦੇ ਵਿੱਚ, ਜਿੰਨੀ ਕੁ ਵਿਦਵਤਾ ਅਕਾਲ ਪੁਰਖ ਨੇ ਦਿੱਤੀ ਆ, ਤੇ ਉਸ ਹਿਸਾਬ ਦੇ ਨਾਲ ਮੈਂ ਗੱਲ ਕਰ ਦਿੱਤੀ, ਪਰ ਮੈਂ ਇਸ ਆਨੰਦ ਨੂੰ ਮਾਣਿਆ ਨਹੀਂ ਹੈ। ਤੇ ਫਿਰ ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਕਿ ਮੈਂ ਵੀ ਸਵਾਲ ਇਹ ਕਰ ਦਿੱਤਾ ਕਿ ਮਹਾਂਪੁਰਸ਼ੋ, ਆਪ ਜੀ ਨੇ ਮਾਣਿਆ ਇਸ ਆਨੰਦ ਨੂੰ? ਤੇ ਕਹਿੰਦਾ ਉਹਨਾਂ ਨੇ ਅੱਖਾਂ ਬੰਦ ਕਰ ਲਈਆਂ। ਪ੍ਰਿੰਸੀਪਲ ਗੰਗਾ ਸਿੰਘ ਨੇ ਖੁਦ ਲਿਖਿਆ, ਕਹਿੰਦੇ ਉਹਨਾਂ ਨੇ ਅੱਖਾਂ ਬੰਦ ਕਰ ਲਈਆਂ, ਸੰਤ ਅਤਰ ਸਿੰਘ ਨੇ ਅੱਖਾਂ ਬੰਦ ਕਰ ਲਈਆਂ। ਤੇ ਉਸੇ ਵੇਲੇ ਕਹਿੰਦੇ ਮੈਂ ਦੂਸਰਾ ਸਵਾਲ ਕਰਤਾ ਕਿ ਮਹਾਂਪੁਰਖੋ, ਜੇ ਆਪ ਜੀ ਨੇ ਮਾਣਿਆ ਦੱਸੋ ਤੇ ਸਹੀ ਕਿੱਦਾਂ ਦਾ ਹੈ ਆਨੰਦ, ਸਾਨੂੰ ਵੀ ਦੱਸੋ, ਮੈਨੂੰ ਵੀ ਦੱਸੋ ਆਨੰਦ ਕਿਵੇਂ ਦਾ ਹੈ। ਤੇ ਕਹਿੰਦੇ ਅੱਖਾਂ ਖੋਲ ਕੇ, ਅੱਖਾਂ ਸੇਜਲ ਹੋਈਆਂ ਸਨ, ਭਿੱਜ ਗਈਆਂ ਅੱਖਾਂ ਰਾਗ ਦੇ ਨਾਲ, ਤੇ ਅੱਖਾਂ ਖੋਲ ਕੇ ਕਹਿੰਦੇ ਗੰਗਾ ਸਿੰਘਾ, ਇਹ ਆਨੰਦ ਮੈਂ ਦੱਸ ਨਹੀਂ ਸਕਦਾ ਕਿਵੇਂ ਦਾ ਆ, ਇਹਨੂੰ ਸਿਰਫ ਮਾਣਿਆ ਹੀ ਜਾ ਸਕਦਾ। ਇਸ ਕਰਕੇ ਸਤਿਗੁਰਾਂ ਨੇ ਗੱਲ ਕਹੀ, ਨਾਨਕ ਅੰਤ ਆਨੰਦ ਦੱਸਿਆ ਨਹੀਂ ਜਾ ਸਕਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਕਿ ਆਨੰਦ ਦੇ ਵਿੱਚ ਜਿਹੜੇ ਮਨੁੱਖ ਵਿਚਰਦੇ ਆ ਨਾ, ਉਹ ਉਸ ਨੂੰ ਪ੍ਰਾਪਤ ਕਰਦੇ ਆ, ਉਹਨਾਂ ਨੂੰ ਨਾਦ ਸੁਣਦੇ, ਉਹਨਾਂ ਨੂੰ ਪਤਾ ਲੱਗਦਾ ਹਰ ਸ਼ੈ ਦੇ ਵਿੱਚ ਸ਼ਬਦ ਹੈ, ਉਹਨਾਂ ਨੂੰ ਪਤਾ ਲੱਗਦਾ ਕਿ ਤਮਾਸ਼ਾ ਕਿਵੇਂ ਦਾ ਹੈ, ਉਹਨਾਂ ਨੂੰ ਕੌਤਕ ਅਕਾਲ ਪੁਰਖ ਦੇ ਪਤਾ ਲੱਗਦੇ ਆ, ਪਰ ਉਹ ਕਹਿ ਨਹੀਂ ਸਕਦੇ, ਉਹ ਆਨੰਦ ਚ ਰਹਿੰਦੇ। ਉਹ ਦੋਵੇਂ ਹੱਥ ਜੋੜ ਕੇ ਉਹਦੇ ਦਰ ਤੇ ਝੁਕੇ ਰਹਿੰਦੇ ਆ।
ਫਿਰ ਅਗਲਾ ਖੰਡ ਜਿਹੜਾ ਉਹਦੀ ਆਰੰਭਤਾ ਹੁੰਦੀ ਹੈ, ਸਤਿਗੁਰੂ ਬਖਸ਼ਿਸ਼ ਕਰਦੇ ਆ ਸਰਮ ਖੰਡ ਕੀ ਬਾਣੀ ਰੂਪ। ਸਰਮ ਦਾ ਅਰਥ ਜਿਹੜਾ ਹੈ, ਕਈ ਵਿਦਵਾਨਾਂ ਨੇ ਸਰਮ ਦਾ ਅਰਥ ਉਦਮ ਕੀਤਾ ਹੈ ਤੇ ਕੁਝ ਵਿਦਵਾਨਾਂ ਨੇ ਸਰਮ ਦਾ ਅਰਥ ਲੱਜਿਆ ਕੀਤੀ, ਸ਼ਰਮ ਜਿਹਨੂੰ ਆਪਾਂ ਕਹਿ ਦਿੰਦੇ, ਲੱਜਿਆ ਅਰਥ ਵੀ ਕੀਤੇ ਆ। ਪਰ ਕੁਝ ਨੇ ਇਹਦਾ ਇੱਕ ਹੋਰ ਰੂਪ ਜਿਹੜਾ ਦੱਸਿਆ ਕਿ ਇੱਥੇ ਆਨੰਦ ਤੋਂ ਗੱਲ ਖਤਮ ਹੋਈ ਹੈ ਨਾ, ਕਹਿੰਦੇ ਕਿ ਸਤਿਗੁਰਾਂ ਨੇ ਅੱਗੇ ਆਨੰਦ ਦੀ ਗੱਲ ਕੀਤੀ ਹੈ ਕਿ ਸਰਮ ਖੰਡ ਦੇ ਵਿੱਚ ਕਿਹੋ ਜਿਹਾ ਆਨੰਦ ਹੁੰਦਾ ਹੈ, ਕਿਵੇਂ ਉੱਥੇ ਜੀਵ ਜਿਹੜੇ ਆਨੰਦ ਪ੍ਰਾਪਤ ਕਰਦੇ, ਕਿਵੇਂ ਦਾ ਉਹਦਾ ਸਰੂਪ ਹੈ, ਉਹ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ। ਸਰਮ ਖੰਡ ਕੀ ਬਾਣੀ ਰੂਪ, ਬਾਣੀ ਦਾ ਅਰਥ ਬਣਾਵਟ। ਇਸ ਖੰਡ ਦੀ ਜਿਹੜੀ ਬਣਾਵਟ ਹੈ ਨਾ, ਬੜੀ ਸੁੰਦਰ ਹੈ। ਇਸ ਖੰਡ ਦੀ ਬਣਾਵਟ, ਹੁਣ ਸਰਮ ਖੰਡ ਦੀ ਜਿਹੜੀ ਗੱਲ ਹੈ ਨਾ, ਸਤਿਗੁਰੂ ਇੱਥੇ ਵਾਰ-ਵਾਰ ਕਹਿਣਗੇ ਕਿ ਇਹ ਕਹਿਣ ਤੋਂ ਪਰੇ ਦੀਆਂ ਗੱਲਾਂ, ਬੁੱਧੀ ਤੋਂ ਉੱਪਰਲੀਆਂ ਉਡਾਰੀਆਂ, ਵਲਵਲੇ ਦੇ ਦੇਸ਼ ਦੀਆਂ ਉਡਾਰੀਆਂ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਸਰਮ ਖੰਡ ਕੀ ਬਾਣੀ ਰੂਪ। ਬਾਣੀ ਦਾ ਅਰਥ ਬਣਾਵਟ, ਬਾਣੀ ਦਾ ਅਰਥ ਹੈ ਕਿ ਉਸ ਜਗ੍ਹਾ ਦੀ ਬਣਾਵਟ, ਸਰਮ ਖੰਡ ਦੀ ਬਣਾਵਟ ਜਿਹੜੀ ਬੜੀ ਸੁੰਦਰ ਹੈ। ਰੂਪ ਦਾ ਅਰਥ ਸੁੰਦਰ। ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਉਸ ਜਗ੍ਹਾ ਦੇ ਉੱਤੇ ਘਾੜਤਾਂ ਘੜੀਆਂ ਜਾਂਦੀਆਂ, ਉਸ ਜਗ੍ਹਾ ਦੇ ਉੱਤੇ ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਬੜੀਆਂ ਸੋਹਣੀਆਂ, ਮਨ ਨੂੰ ਮੋਹ ਲੈਣ ਵਾਲੀਆਂ ਜਿਹੜੀਆਂ ਘਾੜਤਾਂ ਉਸ ਜਗ੍ਹਾ ਦੇ ਉੱਤੇ ਘੜੀਆਂ ਜਾਂਦੀਆਂ। ਭਾਵ ਉਸ ਜਗ੍ਹਾ ਦੇ ਉੱਤੇ ਜੀਵਾਂ ਦੇ ਮਨ ਘੜੇ ਜਾਂਦੇ ਆ। ਉਸ ਜਗ੍ਹਾ ਦੇ ਉੱਤੇ ਜੀਵ ਜਿਹੜਾ ਆ ਉਹਨੂੰ ਪਵਿੱਤਰਤਾ ਵੱਲ ਨੂੰ ਜਾਂਦਾ ਹੈ, ਉੱਥੇ ਆਨੰਦ ਦੀ ਪ੍ਰਾਪਤੀ ਕਰਦਾ ਹੈ। ਉਸ ਘਾਟ ਦਾ ਕਿਹਾ ਨਹੀਂ ਜਾ ਸਕਦਾ। ਅਗਲੀ ਪੰਕਤੀ ਸਤਿਗੁਰੂ ਬਖਸ਼ਿਸ਼ ਕਰਦੇ ਆ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ। ਉਸ ਖੰਡ ਦੀਆਂ, ਇਸ ਸਰਮ ਖੰਡ ਦੀਆਂ ਗੱਲਾਂ ਜਿਹੜੀਆਂ ਕਥਨ ਤੋਂ ਬਾਹਰ ਆ, ਇਹਦੇ ਬਾਰੇ ਕਿਹਾ ਨਹੀਂ ਜਾ ਸਕਦਾ। ਹੁਣ ਆਨੰਦ ਦੀ ਕੀ ਵਿਆਖਿਆ ਹੋ ਸਕਦੀ ਹੈ? ਜਿਸ ਨੂੰ ਆਨੰਦ ਪ੍ਰਾਪਤ ਹੈ ਉਹ ਨਹੀਂ ਦੱਸ ਸਕਦਾ ਕਿ ਉੱਥੇ ਕੀ ਵਰਤ ਰਿਹਾ ਹੈ, ਉਹ ਕਿਸ ਅਵਸਥਾ ਦੇ ਵਿੱਚ ਮਨੁੱਖ ਹੈ, ਨਹੀਂ ਦੱਸ ਸਕਦਾ। ਇਸ ਕਰਕੇ ਸਤਿਗੁਰਾਂ ਨੇ ਕਹਿ ਦਿੱਤਾ ਕਿ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ। ਉੱਥੋਂ ਦੀਆਂ ਗੱਲਾਂ, ਉਹਨਾਂ ਮਨੁੱਖਾਂ ਦੀਆਂ ਗੱਲਾਂ ਜਿਹੜੇ ਇਸ ਖੰਡ ਦੇ ਵਿੱਚ ਵਿਚਰਦੇ ਆ, ਉਹਨਾਂ ਦੀਆਂ ਗੱਲਾਂ ਕਥਨ ਤੋਂ ਬਾਹਰ ਹਨ। ਉਹਨਾਂ ਦੀਆਂ ਗੱਲਾਂ ਕਥੀਆਂ ਨਹੀਂ ਜਾ ਸਕਦੀਆਂ। ਜੇ ਕੋ ਕਹੈ ਪਿਛੈ ਪਛਤਾਏ। ਹੁਣ ਸਤਿਗੁਰੂ ਬਖਸ਼ਿਸ਼ ਕਰਦੇ, ਜੇ ਕੋਈ ਕਹਿਣ ਦਾ ਯਤਨ ਕਰੇ ਨਾ ਉਹਨਾਂ ਦੇ ਬਾਰੇ, ਜਿਹੜੇ ਇਸ ਖੰਡ 'ਚ ਵਿਚਰਦੇ ਆ, ਜਿਹੜੇ ਆਨੰਦ ਦੀ ਅਵਸਥਾ 'ਚ ਵਿਚਰਦੇ ਆ, ਜਿਨ੍ਹਾਂ ਦੀ ਸੁਰਤ ਪ੍ਰਮਾਤਮਾ ਨਾਲ ਟਿਕੀ ਹੋਈ ਆ, ਉਹ ਜੇ ਉਹਨਾਂ ਦੇ ਬਾਰੇ ਕੋਈ ਕਵੇ ਤੇ ਉਹਨੂੰ ਪਿੱਛੋਂ ਪਛਤਾਉਣਾ ਪੈਂਦਾ ਹੈ। ਜੇ ਕੋ ਕਹੈ ਪਿਛੈ ਪਛਤਾਏ। ਤੇ ਇਸੇ ਤਰ੍ਹਾਂ ਸਤਿਗੁਰਾਂ ਨੇ ਪਿਛਲੀ ਆਪਾਂ ਪੜ੍ਹ ਕੇ ਆਏ, ਸਤਿਗੁਰਾਂ ਨੇ ਕਿਹਾ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਉੱਥੇ ਵੀ ਇਹ ਉਹੀ ਮੰਨਣ ਵਾਲੇ ਮਨੁੱਖ ਹੀ ਹਨ ਜਿਨ੍ਹਾਂ ਨੇ ਮੰਨਣ ਕੀਤਾ ਨਾਮ ਦਾ, ਉਹੀ ਇਸ ਸਰਮ ਖੰਡ 'ਚ ਵਿਚਰ ਰਹੇ ਆ। ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੋਈ ਹੈ ਤੇ ਉਹ ਇਸ ਖੰਡ 'ਚ ਵਿਚਰ ਰਹੇ। ਸਤਿਗੁਰੂ ਕਹਿੰਦੇ ਆ, ਜੇ ਕੋ ਕਹੈ ਪਿਛੈ ਪਛਤਾਏ, ਉਹਨੂੰ ਪਿੱਛੋਂ ਪਛਤਾਉਣਾ ਪੈਂਦਾ ਜੇ ਉਹਨਾਂ ਦੇ ਬਾਰੇ ਕੋਈ ਬਿਆਨ ਕਰਨਾ ਚਾਹਵੇ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਉਸ ਜਗ੍ਹਾ ਦੇ ਉੱਤੇ ਮਨੁੱਖ ਦੀ ਸੁਰਤ ਘੜੀ ਜਾਂਦੀ ਹੈ। ਸੁਰਤ, ਮਤ, ਮਨ ਤੇ ਬੁੱਧ, ਇਹ ਚਾਰ ਚੀਜ਼ਾਂ ਆਈਆਂ। ਉਸ ਜਗ੍ਹਾ ਦੇ ਉੱਤੇ ਸੁਰਤ ਟਿਕ ਜਾਂਦੀ ਹੈ। ਇੱਕ ਜਗ੍ਹਾ ਦੇ ਉੱਤੇ ਸਾਡੀ ਸੁਰਤ, ਅਸੀਂ ਕਿਤੇ ਬੈਠੇ ਹਾਂ, ਗੁਰਦੁਆਰੇ ਬੈਠੇ ਹੋਈਏ, ਸਾਡੀ ਸੁਰਤ ਪਤਾ ਨਹੀਂ ਕਿੱਥੇ ਪਹੁੰਚ ਜਾਂਦੀ ਹੈ। ਸੁਰਤ ਦੀ ਤੇ ਖੇਡ ਆ ਨਾ ਸਾਰੀ, ਇਸੇ ਨੂੰ ਤੇ ਟਿਕਾਉਣਾ ਹੁੰਦਾ ਹੈ। ਬੰਦਾ ਕਿਤੇ ਬੈਠਾ ਹੁੰਦਾ ਤੇ ਚਲਾ ਕਿਤੇ ਜਾਂਦਾ ਹੈ। ਇਸ ਕਰਕੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਉੱਥੇ ਫਿਰ ਸੁਰਤ ਟਿਕ ਜਾਂਦੀ ਹੈ, ਘੜੀ ਜਾਂਦੀ ਹੈ ਸੁਰਤ। ਤੇ ਉੱਥੇ ਜਿਹੜੀ ਮੱਤ ਆ ਨਾ, ਮੱਤ ਜਿਹੜੀ ਸਾਡੀ ਆਪਣੀ ਮੱਤ ਆ ਕਿ ਮੈਂ ਚੰਗਾ ਆ, ਮੈਂ ਬਹੁਤ ਚੰਗਾ ਆ, ਦੂਸਰੇ ਮਾੜੇ ਆ, ਜਾਂ ਕਹਿ ਲਓ ਜੋ ਜਿੰਨਾ ਕੁ ਗਿਆਨ ਮੈਨੂੰ ਆ ਉਹਨਾਂ ਹੋਰ ਕਿਸੇ ਨੂੰ ਨਹੀਂ ਆ, ਉਹ ਫਿਰ ਉੱਥੇ ਮੱਤ ਵੀ ਘੜੀ ਜਾਂਦੀ ਹੈ। ਫਿਰ ਪਤਾ ਲੱਗਦਾ ਕਿ ਮੈਂ ਤੇ ਕੁਛ ਵੀ ਨਹੀਂ, ਮੇਰੀ ਤੇ ਹਸਤੀ ਕੋਈ ਨਹੀਂ ਇਸ ਸੰਸਾਰ ਦੇ ਉੱਤੇ, ਮੈਂ ਤੇ ਤਿਨਕੇ ਜਿੰਨੀ ਮੇਰੀ ਹਸਤੀ ਆ। ਜੋ ਇੱਕ ਜੈਸੇ ਜਲ ਤੇ ਬੁੱਧ ਬੁੱਧਾ ਉਪਜਿਆ ਬਿਨ ਸੈਨੀਤ, ਉਹ ਮੇਰੀ ਹਸਤੀ ਹੈ। ਸਿਰਫ ਮੈਂ ਜਿਵੇਂ ਜਲ ਦੇ ਉੱਤੇ ਇੱਕ ਬੁਲਬੁਲਾ ਪੈਦਾ ਹੋ ਜੇ ਤੇ ਕਿਤੇ ਕਿੰਨਾ ਕੁ ਚਿਰ ਹੈ, ਉਹ ਉੱਠਿਆ ਬੁਲਬੁਲਾ ਤੇ ਢਹਿ ਢੇਰੀ ਫਿਰ ਖਤਮ। ਤੇ ਫਿਰ ਉੱਥੇ ਪਤਾ ਲੱਗਦਾ ਆਪਣੀ ਮੱਤ ਨਹੀਂ ਚੱਲਦੀ, ਫਿਰ ਉੱਥੇ ਮੱਤ ਵੀ ਖਤਮ ਹੁੰਦੀ ਆ, ਮੱਤ ਘੜੀ ਜਾਂਦੀ ਹੈ ਉਸ ਜਗ੍ਹਾ ਦੇ ਉੱਤੇ। ਸੁਰਤ, ਮਤ, ਮਨ, ਫਿਰ ਉਸ ਜਗ੍ਹਾ ਦੇ ਉੱਤੇ ਮਨ ਟਿਕ ਜਾਂਦਾ ਹੈ। ਇੱਕ ਜਗ੍ਹਾ ਦੇ ਉੱਤੇ ਉੱਥੇ ਪ੍ਰਮਾਤਮਾ ਦੇ ਚਰਨਾਂ 'ਚ ਸਦੀਵ ਹੀ ਟਿਕ ਜਾਂਦਾ ਹੈ। ਮਨ 'ਚ ਫਿਰ ਵਿਕਾਰ ਨਹੀਂ ਆਉਂਦੇ, ਪੰਜ ਵਿਕਾਰ ਨਹੀਂ ਤੰਗ ਕਰਦੇ ਮਨੁੱਖ ਨੂੰ। ਫਿਰ ਉੱਥੇ ਮਨ ਦਾ ਟਿਕਾਓ ਹੋ ਜਾਂਦਾ ਹੈ, ਵਿਕਾਰਾਂ ਵੱਲ ਮਨ ਨਹੀਂ ਧਾਉਂਦਾ। ਫਿਰ ਅਕਾਲ ਅਕਾਲ ਜਪਦਾ ਹੈ ਉੱਥੇ ਮਨ। ਫਿਰ ਬੁੱਧੀ ਪਵਿੱਤਰ ਹੁੰਦੀ ਹੈ। ਬੁੱਧ ਦੇ ਵਿੱਚ ਅਨੇਕਾਂ ਮਨੁੱਖ ਦੇ ਗੱਲਾਂ ਹੁੰਦੀਆਂ, ਸਾਰੀਆਂ ਗੱਲਾਂ ਦਾ ਨਾਸ਼ ਹੋ ਜਾਂਦਾ ਹੈ।
ਤੇ ਬੁੱਧੀ ਪਵਿੱਤਰ ਹੋ ਜਾਂਦੀ ਹੈ, ਪਰਮਾਤਮਾ ਦੇ ਨਾਮ ਚ ਘੜੀ ਜਾਂਦੀ ਹੈ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਉਹ ਜਗ੍ਹਾ ਦੇ ਉੱਤੇ ਫਿਰ ਮਨੁੱਖ ਨੂੰ ਸੁਰਾਂ ਦੀ ਭਾਵ ਦੇਵਤਿਆਂ ਵਾਲੀ ਸੂਝ ਜਿਹੜੀ ਉਹ ਪ੍ਰਾਪਤ ਹੁੰਦੀ ਹੈ। ਸੁਰਾਂ ਸਿੱਧਾਂ ਕੀ ਸੁਧ, ਜਿਵੇਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜਿਨ੍ਹਾਂ ਨੂੰ ਗੁਰੂ ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ ਇੱਕ ਛਿਣ ਦੇ ਵਿੱਚ। ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ, ਉੱਥੇ ਫਿਰ ਮਨੁੱਖ ਨੂੰ ਸੁੱਧ ਹੋ ਜਾਂਦੀ, ਦੇਵਤਿਆਂ ਵਾਲੀ ਸਿੱਧਾਂ ਵਾਲੀ ਸੁੱਧ ਜਿਹੜੀ ਆ ਉਹ ਹੋ ਜਾਂਦੀ ਆ। ਉੱਥੇ ਉਹਦਾ ਮਨ ਬੁੱਧ ਸਭ ਪਵਿੱਤਰ ਹੋ ਜਾਂਦਾ ਹੈ ਤੇ ਉਹ ਫਿਰ ਮਨੁੱਖ ਉਸ ਸਰਮਖੰਡ ਦੇ ਵਿੱਚ ਜਿਹੜਾ ਮਨੁੱਖ ਹੈ ਉਹ ਵਿਚਰਦਾ ਹੈ। ਸੋ ਸਾਧ ਸੰਗਤ, ਆਪਾਂ ਇਹ ਅੱਜ 2 ਖੰਡ ਜਿਹੜੀ ਆ ਕੀਤੇ ਆ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਕਿਉਂਕਿ ਦੇਖੋ ਸਤਿਗੁਰਾਂ ਨੇ ਜਗ੍ਹਾ ਜਗ੍ਹਾ ਦੇ ਉੱਤੇ ਗੱਲ ਕਹੀ ਹੈ ਕਿ ਇਹਦੇ ਬਾਰੇ ਕਿਹਾ ਨਹੀਂ ਕੁਝ ਵੀ ਜਾ ਸਕਦਾ, ਤੇ ਫਿਰ ਇੱਕ ਤੁੱਛ ਬੁੱਧੀ ਵਾਲਾ ਜੀਵ ਕਿਵੇਂ ਬਿਆਨ ਕਰ ਸਕਦਾ। ਜਿਵੇਂ ਸਤਿਗੁਰਾਂ ਨੇ ਇੱਥੇ ਕਹਿ ਦਿੱਤਾ ਕਿ ਜੇ ਕੋਈ ਕਹੇ ਪਿੱਛੇ ਪਛਤਾਏ, ਜਦੋਂ ਗੱਲ ਹੀ ਕਹਿ ਦਿੱਤੀ ਕਿ ਜੇ ਕੋਈ ਕਵੇਗਾ ਤੇ ਪਿੱਛੋਂ ਉਹਨੂੰ ਪਛਤਾਉਣਾ ਪਵੇਗਾ, ਤੇ ਫਿਰ ਮਨੁੱਖ ਕੀ ਵਿਆਖਿਆ ਕਰੇਗਾ ਇਸ ਸਰਮਖੰਡ ਦੀ। ਤੇ ਫਿਰ ਸਤਿਗੁਰਾਂ ਨੇ ਉੱਤੇ ਕਹਿ ਦਿੱਤਾ ਕਿ ਅੰਤ ਨਾ ਅੰਤ, ਅਖੀਰ ਦੇ ਉੱਤੇ ਜਦੋਂ ਗਿਆਨ ਖੰਡ ਖਤਮ ਹੋਇਆ, ਸਤਿਗੁਰਾਂ ਨੇ ਕਹਿ ਦਿੱਤਾ ਨਾਨਕ ਅੰਤ ਨਾ ਅੰਤ, ਕਿ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਇਸ ਖੰਡ ਦਾ। ਤੇ ਜਦੋਂ ਸਤਿਗੁਰੂ ਇਹ ਗੱਲ ਕਹਿ ਰਹੇ ਆ ਕਿ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ, ਪਿੱਛੋਂ ਪਛਤਾਉਣਾ ਪਵੇਗਾ ਜੇ ਕੋਈ ਕਵੇਗਾ, ਤੇ ਫਿਰ ਇੱਕ ਤੁੱਛ ਬੁੱਧੀ ਦੇ ਨਾਲ ਇਹਦੀ ਜਿਹੜੀ ਆ ਵਿਆਖਿਆ ਨਹੀਂ ਹੋ ਸਕਦੀ। ਇਸ ਕਰਕੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਇਹ 5 ਖੰਡ ਸਿਰਫ ਇੱਥੇ ਹੀ ਆਏ ਜਪਜੀ ਸਾਹਿਬ ਦੇ ਵਿੱਚ, ਹੋਰ ਸਮੁੱਚੀ ਬਾਣੀ ਚ ਕਿਤੇ ਨਹੀਂ ਇਹਨਾਂ 5 ਖੰਡਾਂ ਦਾ ਜਿਹੜਾ ਜ਼ਿਕਰ ਹੈ, ਉਹ ਅਵਸਥਾਵਾਂ ਦਾ ਜ਼ਿਕਰ ਹੈ। ਪਰ ਜਿਸ ਸੀਕੁਐਂਸ ਦੇ ਵਿੱਚ ਆਪਾਂ ਕਹਿੰਦੇ ਆ ਨਾ, ਉਹ ਸੀਕੁਐਂਸ ਦੇ ਵਿੱਚ ਇੱਕ ਲਾਈਨਵਾਰ ਜਿਹੜੀ ਗੱਲ ਹੈ ਉਹ ਸਤਿਗੁਰਾਂ ਨੇ ਇੱਥੇ ਕੀਤੀ ਆ। ਜਿੱਥੇ ਮਨੁੱਖ ਦੀ ਜਿਹੜੀ ਸੁਰਤ ਹੈ ਉਹ ਕਿਵੇਂ ਅਗਲੇ ਮੰਡਲ ਦੇ ਵਿੱਚ ਕਿਵੇਂ ਉਡਾਰੀ ਮਾਰਦੀ ਆ, ਕਿਵੇਂ ਉਹ ਫਿਰ ਸੱਚਖੰਡ ਦੇ ਵਿੱਚ ਪ੍ਰਵਾਨ ਹੁੰਦਾ, ਜਿਹਦੀ ਆਪਾਂ ਗੱਲ ਕੱਲ ਨੂੰ ਕਰਨੀ ਆ। ਜਿਹਦੀ ਆਪਾਂ ਗੱਲ ਕਰਮਖੰਡ ਤੇ ਸੱਚਖੰਡ ਦੇ ਵਿੱਚ ਕਰਨੀ ਆ, ਉਹ ਆਪਾਂ ਹੁਣ ਕੱਲ ਨੂੰ ਕਰਾਂਗੇ। ਇਹ ਆਪਾਂ ਹੁਣ ਇੱਥੋਂ ਤੱਕ 3 ਖੰਡ ਵਿਚਾਰ ਚੁੱਕੇ ਆ। ਪਹਿਲਾ ਸੀ ਧਰਮਖੰਡ, ਦੂਸਰਾ ਸੀ ਗਿਆਨ ਖੰਡ ਤੇ ਤੀਸਰਾ ਸੀ ਸਰਮਖੰਡ। ਇਹ ਆਪਾਂ 3 ਖੰਡ ਜਿਹੜੇ ਆ ਉਹ ਵਿਚਾਰੇ ਆ। ਤੇ ਇਸ ਤੋਂ ਬਾਅਦ ਹੁਣ ਆਪਾਂ ਕੱਲ ਨੂੰ ਜਿਹੜਾ ਹੈ ਉਹ ਕਰਮਖੰਡ, ਸੱਚਖੰਡ ਤੇ ਜੱਤ ਪਹਾਰਾ ਵਾਲੀ ਪੌੜੀ ਉਹ ਵਿਚਾਰਾਂਗੇ। ਜੇ ਹੋ ਸਕਿਆ ਸ਼ਲੋਕ ਵਿਚਾਰ ਕੇ ਤੇ ਫਿਰ ਆਪਾਂ ਰਹਿਰਾਸ ਸਾਹਿਬ ਦੀ ਸੰਥਿਆ ਜਿਹੜੀ ਹੈ ਉਹ ਆਰੰਭ ਕਰਾਂਗੇ। ਸੋ ਹੁਣ ਆਪ ਜੀ ਨੂੰ ਬੇਨਤੀ ਹੈ ਕਿ ਕਿਸੇ ਦਾ ਜੇ ਕੋਈ ਇਹਨਾਂ ਖੰਡਾਂ ਦੇ ਬਾਬਤ ਇਹ ਜੋ ਆਪਾਂ ਪੜ੍ਹਿਆ ਹੈ ਉਹਦੇ ਬਾਬਤ ਕੋਈ ਸਵਾਲ ਹੈ ਤੇ ਬੇਨਤੀ ਹੈ ਕਿ ਪੁੱਛ ਲਓ ਜੀ। ਹਾਂਜੀ ਵਾਹਿਗੁਰੂ। 1 ਮਿੰਟ, ਮੈਂ ਤੁਹਾਡਾ ਮਾਈਕ ਆਨ, ਹਾਂਜੀ ਮਾਈਕ ਆਨ ਕਰ ਲਓ। ਆਵਾਜ਼ ਨਹੀਂ ਆ ਰਹੀ, ਨਹੀਂ ਆ ਰਹੀ ਆਵਾਜ਼ ਤੁਹਾਡੀ। ਨਹੀਂ ਆ ਰਹੀ, ਨਹੀਂ ਆ ਰਹੀ ਵੀਰ ਜੀ ਤੁਹਾਡੀ। ਗੁਰਪ੍ਰਤਾਪ ਸਿੰਘ ਜੀ ਆਵਾਜ਼ ਨਹੀਂ ਆ ਰਹੀ। ਬੇਨਤੀ ਹੈ ਕਿ ਤੁਸੀਂ ਛੱਡ ਕੇ ਦੁਬਾਰਾ ਆ ਜਾਓ। ਹਾਂਜੀ, ਲੀਵ ਕਰਕੇ ਨਾ ਦੁਬਾਰਾ ਇੰਟਰ ਕਰ ਲਓ, ਕੋਈ ਗੱਲ ਨਹੀਂ। ਹਾਂਜੀ, ਉਨੀ ਦੇਰ ਕੋਈ ਹੋਰ ਕਿਸੇ ਦਾ ਸਵਾਲ ਹੋਵੇ ਇਹਨਾਂ 5 ਖੰਡਾਂ ਨੂੰ ਲੈ ਕੇ ਬੇਨਤੀ ਆ। 3 ਖੰਡ ਆਪਾਂ ਵਿਚਾਰੇ, ਇਹਨਾਂ ਦੀ ਵਿਚਾਰ ਆਪਾਂ ਕੀਤੀ ਆ। ਜੇ ਕਿਸੇ ਨੇ ਕੁਝ ਪੁੱਛਣਾ ਹੈ ਤੇ ਆਪ ਜੀ ਪੁੱਛ ਸਕਦੇ ਹੋ ਇਹਨਾਂ ਖੰਡਾਂ ਦੇ ਨਾਲ ਰਿਲੇਟਡ। ਗੁਰਪ੍ਰਤਾਪ ਸਿੰਘ ਆ ਜਾਣ ਫਿਰ ਆਪਾਂ ਪੁੱਛ ਲੈਨੇ ਕੀ ਕਹਿੰਦੇ ਆ। ਹਾਂਜੀ ਆ, ਹਾਂਜੀ ਵੀਰ ਜੀ। ਵੀਰ ਜੀ ਮੈਂ ਪੁੱਛਾਂ? ਹਾਂਜੀ ਹਾਂਜੀ ਗੁਰਪ੍ਰਤਾਪ ਵੀਰ ਜੀ, ਮੇਰਾ ਪ੍ਰਸ਼ਨ ਇਹ ਹੈ ਕਿ ਆਪਾਂ ਜਿੱਦਾਂ ਹੁਣ ਤੁਸੀਂ ਸੰਥਿਆ ਕਰਵਾਉਂਦੇ ਆ 2-3 ਵਾਰ ਤਾਂ ਕਿਹਾ ਕਿ ਜਦੋਂ ਜਿੱਦਾਂ ਬਾਣੀ 'ਚ ਥੋੜਾ ਗੈਪ ਹੁੰਦਾ ਤੇ ਆਪਾਂ ਉੱਥੇ ਥੋੜਾ ਜਿਹਾ ਪੌਜ਼ ਲੈ ਕੇ ਥੋੜਾ ਜਿਹਾ ਰੋਕ ਕੇ ਫਿਰ ਅਗਲਾ ਅਕਸ਼ਰ ਜੋ ਵੀ ਸ਼ਬਦ ਪੜ੍ਹਦੇ ਆ। ਹਾਂਜੀ ਹਾਂਜੀ, ਤੇ ਉਹ ਗੁਟਕਾ ਸਾਹਿਬ 'ਚ ਵੀ ਮੈਂਸ਼ਨ ਹੁੰਦਾ ਵਾ। ਤੇ ਮੇਰਾ ਕੁਐਸਚਨ ਇਹ ਸੀ ਕਿ ਮਤਲਬ ਮੈਂ ਹਮੇਸ਼ਾ ਸੋਚਦਾ ਸੀ, ਮੈਨੂੰ ਕਦੀ ਮਤਲਬ ਇਹਦਾ ਕਦੀ ਸਹੀ ਆਨਸਰ ਮਿਲਿਆ ਨਹੀਂ ਕਿ ਆਪਣਾ ਜੋ ਓਰੀਜਨਲ ਜੋ ਲੜੀਵਾਰ ਸਰੂਪ ਹੀ, ਲੜੀਵਾਰ ਸਰੂਪ ਤੋਂ ਜਦੋਂ ਬਾਣੀ ਦੇ ਖੰਡ ਕੀਤੇ ਗਏ ਤੇ ਲੜੀਵਾਰ ਸਰੂਪ 'ਚ ਜੇ ਪੂਰੀ ਚੀਜ਼ ਲਿਖੀ ਤੇ ਉਹਨੂੰ ਆਪਾਂ ਮਤਲਬ ਕਿਸ ਆਧਾਰ ਤੇ ਇਹਦੇ ਖੰਡ ਕੀਤੇ ਗਏ ਸੀ?
ਮਤਲਬ ਅੱਛਾ ਕਿਸ ਤਰ੍ਹਾਂ ਆਪਾਂ ਡਿਸਾਈਡ ਕੀਤਾ ਕਿ ਇੱਥੇ ਖਾਣ ਮਤਲਬ ਇੱਥੇ ਪੌਜ਼ ਹੋਣਾ ਚਾਹੀਦਾ? ਠੀਕ ਹਾਂਜੀ ਮੈਂ ਵੀ ਦੱਸਦਾ ਤੁਹਾਨੂੰ। ਅਸਲ 'ਚ ਕੀ ਹੈ ਕਿ ਜਦੋਂ ਲੜੀਵਾਰ ਸਰੂਪ ਹੀ ਸਾਨੂੰ ਪਹਿਲੋਂ ਮਿਲਦੇ ਸੀ ਤੇ ਹਾਂਜੀ ਉਹਦੇ ਆਧਾਰ ਤੇ ਜਿਹੜੇ ਵਿਦਵਾਨ ਪੁਰਸ਼ ਹੁੰਦੇ ਸਨ ਉਹਨਾਂ ਨੂੰ ਗਿਆਨ ਹੁੰਦਾ ਸੀ ਇਹਨਾਂ ਸਾਰੀਆਂ ਗੱਲਾਂ ਦਾ। ਕਿਉਂਕਿ ਇਹ ਜਿਹੜੀ ਸਾਧ ਭਾਸ਼ਾ ਜਦੋਂ ਚੱਲੀ ਹੈ ਜਿਸ ਆਧਾਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਰਚਨਾ ਹੋਈ ਹੈ ਪਹਿਲੋਂ ਇਹ ਲੜੀਵਾਰ ਸਰੂਪ ਹੀ ਸਨ ਤੇ ਫਿਰ ਇਹਨਾਂ ਲੜੀਵਾਰ ਸਰੂਪਾਂ ਦੇ ਅਰਥ ਵੀ ਉਹਨਾਂ ਵਿਦਵਾਨ ਪੁਰਸ਼ਾਂ ਨੇ ਕੀਤੇ। ਅੱਜ ਅਸੀਂ ਸਿਰਫ ਅੰਗਰੇਜ਼ੀ ਪੜ੍ਹਨ ਤੱਕ ਜਾਂ ਪੰਜਾਬੀ ਵੀ ਅਸੀਂ ਘੱਟ ਹੀ ਸਿੱਖਦੇ ਹਾਂ ਤੇ ਫਿਰ ਗਿਆਨ ਕਿੱਥੋਂ ਆਵੇ। ਉਹਨਾਂ ਵਿਦਵਾਨਾਂ ਨੂੰ ਭਾਈ ਕਾਹਨ ਸਿੰਘ ਨਾਭਾ ਨੂੰ ਪੜ੍ਹ ਕੇ ਦੇਖਿਓ ਜਾਂ ਹੋਰ ਵਿਦਵਾਨਾਂ ਨੂੰ ਪੜ੍ਹ ਕੇ ਦੇਖਿਓ, ਉਹਨਾਂ ਨੂੰ ਸੰਸਕ੍ਰਿਤ ਦਾ ਵੀ ਗਿਆਨ ਹੁੰਦਾ ਸੀ ਤੇ ਉਹਨਾਂ ਨੂੰ ਅਰਬੀ ਫਾਰਸੀ ਦਾ ਵੀ ਗਿਆਨ ਹੁੰਦਾ ਸੀ ਤੇ ਉਹਨਾਂ ਨੂੰ ਹੋਰ ਕਈ ਭਾਸ਼ਾਵਾਂ ਦਾ ਗਿਆਨ ਹੁੰਦਾ ਸੀ ਤੇ ਉਹਨਾਂ ਨੇ ਫਿਰ ਆਪਣੀ ਮੱਤ ਅਨੁਸਾਰ ਜਦੋਂ ਉਹਨਾਂ ਨੇ ਦੇਖਿਆ ਕਿ ਇੱਥੇ ਕਿਸ ਚੀਜ਼ ਦੀ ਗੱਲ ਕੀਤੀ ਗਈ ਹੈ ਤੇ ਉਸ ਹਿਸਾਬ ਦੇ ਨਾਲ ਉਹਨਾਂ ਨੇ ਵੰਡ ਕੇ ਇਹ ਜਿਹੜੇ ਆ ਇਹਨਾਂ ਨੂੰ ਕਰ ਦਿੱਤਾ। ਮਤਲਬ ਜਿਹੜੀ ਤੁਸੀਂ ਕਹਿੰਦੇ ਕਿ ਇਹਨਾਂ ਨੂੰ ਪਦਛੇਦ ਜਦੋਂ ਕੀਤਾ ਗਿਆ, ਇਹਨੂੰ ਪਦਛੇਦ ਬੋਲਦੇ ਆ ਜੋ ਆਪਾਂ ਪੜ੍ਹਦੇ ਹਾਂ ਬਾਣੀ। ਤੇ ਇਹਨਾਂ ਨੇ ਜਦੋਂ ਪਦਛੇਦ ਕੀਤਾ ਗਿਆ ਉਹਨਾਂ ਵਿਦਵਾਨਾਂ ਨੇ ਆਪਣੀ ਬੁੱਧੀ ਦੇ ਆਧਾਰ ਦੇ ਉੱਤੇ ਕਿ ਇਹਦਾ ਅਰਥ ਕੀ ਬਣਨਾ ਚਾਹੀਦਾ, ਪੰਕਤੀ ਦੇ ਹਿਸਾਬ ਦੇ ਨਾਲ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਆ, ਇਸ ਪੰਕਤੀ ਦੇ ਵਿੱਚ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਆ, ਕਿੱਥੇ ਕੁ ਰੁਕਣਾ ਹੈ, ਫਿਰ ਉਸ ਹਿਸਾਬ ਦੇ ਨਾਲ ਉਹਨਾਂ ਨੇ ਪਦਛੇਦ ਕੀਤਾ ਇਹਨਾਂ ਗ੍ਰੰਥਾਂ ਨੂੰ। ਉਹਨਾਂ ਦੀ ਵਿਦਵਤਾ ਬੜੀ ਸੀ ਉਸ ਹਿਸਾਬ ਨਾਲ। ਤੁਸੀਂ ਕਾਹਨ ਸਿੰਘ ਨਾਭਾ ਜੀ ਦੇ ਗ੍ਰੰਥ ਗੁਰਮਤ ਮਾਰਤੰਡ ਤੇ ਭਾਈ ਕਾਹਨ ਸਿੰਘ ਨਾਭਾ ਜੀ ਦਾ ਮਹਾਨ ਕੋਈ ਦਾ ਪੜ੍ਹਨਾ, ਇਹ ਗੱਲ ਹੈ ਜੀ। ਹੋਰ ਤੇ ਵੀਰ ਜੀ ਜੇ ਜਿੱਦਾਂ ਹੁਣ ਕਈ ਪੁਰਾਤਨ ਸਿੱਖ ਆ ਜੋ ਹਲੇ ਵੀ ਲੜੀਵਾਰ ਸਰੂਪ ਤੋਂ ਹੀ ਗੁਰਬਾਣੀ ਪੜ੍ਹਦੇ ਆ, ਤੇ ਜੇ ਉਹ ਲੜੀਵਾਰ ਸਰੂਪ ਤੋਂ ਹੀ ਪੜ੍ਹਦੇ ਆ ਕਿ ਫਿਰ ਉਹ ਕਿਉਂਕਿ ਉਹ 'ਚ ਤੇ ਕੋਈ ਛੇਦ ਨਹੀਂ ਹੈਗਾ ਤੇ ਉਹ ਫਿਰ ਕੰਟੀਨਿਊਸ ਹੀ ਪੜ੍ਹਦੇ ਆ ਕਿ ਉਹਨਾਂ ਨੂੰ ਧਿਆਨ ਹੁੰਦਾ ਕਿ ਹਾਂ ਇੱਥੇ ਥੋੜਾ ਵਿਸ਼ਰਾਮ ਲੈਣਾ? ਵੀਰ ਜੀ ਜਿਹੜਾ ਜਿਹਨੇ ਗੁਰਬਾਣੀ ਦੀ ਸੰਥਿਆ ਬਹੁਤ ਕਿਸੇ ਸਟੀਕ ਕਿਸੇ ਵਿਦਵਾਨ ਕੋਲੋਂ ਕੀਤੀ ਹੁੰਦੀ, ਉਹ ਜਿਹੜਾ ਹੈ ਪੌਸ ਲਾ ਕੇ ਹੀ ਪੜ੍ਹਦਾ। ਉਹਨੂੰ ਪਤਾ ਹੁੰਦਾ ਕਿ ਕਿੱਥੇ ਰੁਕਣਾ ਹੈ ਤੇ ਕੀ ਬੋਲਣਾ ਹੈ, ਕਿਹੜੇ ਸ਼ਬਦ ਨੂੰ ਕਿਵੇਂ ਉਹਦਾ ਉਚਾਰਨ ਹੈ। ਇਸੇ ਕਰਕੇ ਗੱਲ ਹੈ ਕਿ ਗੁਰਬਾਣੀ ਦੀ ਸੰਥਿਆ ਬੜੀ ਜ਼ਰੂਰੀ ਹੈ। ਜਦੋਂ ਪਦਛੇਦ ਤੋਂ ਆਪਾਂ ਪੜ੍ਹਦੇ ਆ ਨਾ ਉਦੋਂ ਕਈ ਪਜ਼ਲ ਹੋ ਜਾਂਦੇ ਆ, ਪਤਾ ਨਹੀਂ ਲੱਗਦਾ ਨੰਨਾ ਇੱਧਰ ਲਾ ਦਿੱਤਾ ਜਾਂ ਉੱਧਰ ਲਾ ਦਿੱਤਾ, ਭੁਲੇਖਾ ਪੈ ਜਾਂਦਾ। ਇਸ ਕਰਕੇ ਜਿਹੜੇ ਗੁਰਬਾਣੀ ਪੜ੍ਹਨ ਵਾਲੇ ਆ, ਇਸ ਕਰਕੇ ਉਹਨਾਂ ਦੀ ਜਿਹੜੀ ਗੁਰਬਾਣੀ ਦੀ ਸੰਥਿਆ ਹੋਈ ਹੁੰਦੀ ਹੈ ਨਾ, ਉਹ ਤੇ ਉਹਨਾਂ ਨੇ ਕੋਈ ਇੱਕ ਅੱਧੇ ਸਾਲ ਦੇ ਵਿੱਚ ਜਾਂ 10 ਦਿਨਾਂ ਦੇ ਵਿੱਚ ਸੰਥਿਆ ਨਹੀਂ ਕੀਤੀ ਹੁੰਦੀ। ਉਹਨਾਂ ਨੇ ਕਿਸੇ ਬਹੁਤ ਵੱਡੀ ਸੰਸਥਾ ਤੋਂ ਕਹਿ ਲਓ ਕਿ ਜਾਂ ਕਿਸੇ ਖਾਸ ਵਿਦਵਾਨਾਂ ਦੇ ਕੋਲੋਂ ਸੰਥਿਆ ਕੀਤੀ ਹੁੰਦੀ ਆ ਤੇ ਉਹਨਾਂ ਨੂੰ ਗੁਰਬਾਣੀ ਪੜ੍ਹਾਈ ਜਾਂਦੀ ਹੈ। ਉਸ ਹਿਸਾਬ ਦੇ ਨਾਲ ਉਹ ਜਦੋਂ ਲੜੀਵਾਰ ਸਰੂਪ ਨੂੰ ਪੜ੍ਹਦੇ ਆ ਤੇ ਉਹ ਬੜੇ ਸੁੰਦਰ ਢੰਗ ਦੇ ਨਾਲ ਪੜ੍ਹ ਕੇ ਸੁਣਾਉਂਦੇ ਆ। ਤੇ ਸਭ ਤੋਂ ਜਿਸ ਮਨੁੱਖ ਨੂੰ ਲੜੀਵਾਰ ਸਰੂਪ ਤੋਂ ਗੁਰਬਾਣੀ ਪੜ੍ਹਨੀ ਆ ਗਈ, ਉਹ ਬੜੇ ਸੁਖੈਣ ਢੰਗ ਦੇ ਨਾਲ ਤੇ ਬੜੀ ਸੋਹਣੇ ਢੰਗ ਦੇ ਨਾਲ ਤੇ ਬੜੀ ਤੇਜ਼ ਬਾਣੀ ਪੜ੍ਹੇਗਾ। ਠੀਕ ਹੈ ਜੀ। ਇਹ ਜਦੋਂ ਪਦਛੇਦ ਦੀ ਇਹਦੇ ਸਾਨੂੰ ਚਲੋ ਰੀਤ ਆ ਗਈ ਤੇ ਹੁਣ ਅਸੀਂ ਆਪਣੇ ਆਪ ਨੂੰ ਸੌਖਾ ਕਰ ਲਿਆ। ਪਰ ਪੁਰਾਣੇ ਸਮਿਆਂ 'ਚ ਜਿਹੜੇ ਲੜੀਵਾਰੀ ਸਰੂਪ ਹੁੰਦੇ ਸਨ ਤੇ ਉਹਦੀ ਫਿਰ ਸੰਥਿਆ ਵੀ ਲੈਣੀ ਪੈਂਦੀ ਸੀ ਤੇ ਸੰਥਿਆ ਲੈ ਕੇ ਜਿਹੜਾ ਪੜ੍ਹਦਾ ਤੇ ਉਹਨੂੰ ਪਤਾ ਹੁੰਦਾ ਕਿ ਕਿੱਥੇ ਰੁਕਣਾ ਹੈ ਤੇ ਕਿਹੜੇ ਸ਼ਬਦ ਨੂੰ ਕਿਵੇਂ ਬੋਲਣਾ ਹੈ। ਹਾਂਜੀ ਵੀਰ। ਠੀਕ ਹੈ ਵੀਰ ਜੀ, ਥੈਂਕ ਯੂ। ਓਕੇ ਜੀ, ਧੰਨਵਾਦ। ਹਾਂਜੀ ਹੋਰ ਵੀਰ ਜੀ ਕਿਸੇ ਦਾ ਕੋਈ ਸਵਾਲ ਹੈ ਤੇ ਬੇਨਤੀ ਆ, ਨਹੀਂ ਤੇ ਆਪਾਂ ਸਮਾਪਤੀ ਕਰੀਏ। ਠੀਕ ਹੈ ਜੀ। ਕੱਲ ਨੂੰ ਆਪਾਂ ਕਰਮਖੰਡ ਤੇ ਵਿਚਾਰ ਕੇ ਜੇ ਹੋ ਸਕਿਆ ਤੇ ਆਪਾਂ ਅੱਗੇ ਵੀ ਥੋੜਾ ਚੱਲਾਂਗੇ ਤੇ ਫਿਰ ਆਪਾਂ ਰਹਿ ਰਸ ਦਾ ਜਿਹੜਾ ਪਾਠ ਹੈ ਉਹ ਆਰੰਭ ਕਰ ਲਵਾਂਗੇ। ਸੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ 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 ਜੀ ਕੀ ਜੀ